स्वागत तुहाडा सारिਆਂ ਦਾ ਪ੍ਰਾਈਮ ਏਸ਼ੀਆ टीवी ਤੁਸੀਂ ਦੇਖ ਰਹੇ ਹੋ। मैं हाँ नवजीत ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ। ਹਰ ਰੋਜ਼ ਇਸ ਵੇਲੇ ਪ੍ਰਾਈਮ ਟਾਈਮ ਦੇ ਵਿੱਚ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰੀਦੀ ਹੈ। 24 ਘੰਟਿਆਂ ਵਿੱਚ ਜੋ ਕੁਝ ਵੀ ਵਾਪਰਿਆ ਹੋਇਆ ਤੁਹਾਡੇ ਸਾਹਮਣੇ ਰੱਖੀਦਾ ਤੇ 24 ਘੰਟੇ ਵਿੱਚ ਬਹੁਤ ਕੁਝ ਵਾਪਰਿਆ, ਚਾਹੇ ਉਹ ਰਾਜਨੀਤਿਕ ਨਾਲ ਸੰਬੰਧਿਤ ਖਬਰਾਂ ਹੋਣ ਚਾਹੇ ਸਮਾਜਿਕ ਮੁੱਦੇ ਹੋਣ। 24 ਘੰਟਿਆਂ ਵਿੱਚ ਹੀ ਭਾਰਤ ਭੂਸ਼ਣ ਆਸ਼ੂ ਹੋਰਾਂ ਦੇ घर के उपर रेड पई है। ईडी ने रेड मारी है क्योंकि विजिलेंस ने कुछ सबूत कुछ कागजात दिते सी, उन्हां दे आधार ते ये रेड मारी है। पंजाब दे विच हड़ां दे हालात की ने गल इत्ते भी करांगे क्योंकि दस्सिया जा रहा है कुछ थावां ते मुड़ पानी छड्डिया जा सकदा। जेकर पानी छड्ड दिता ते पानी वाकई बहुत आ सकदा क्योंकि पंजाब दे लोकां ने जो पिछले दिनी दुख हंडाया उहदे विचों अजे निकले नहीं। गल सियासत दी भी करांगे क्योंकि लोक सभा ਦੀਆਂ ਚੋਣਾਂ ਤੋਂ ਪਹਿਲਾਂ सियासी अखाड़ा भखना शुरू हो चुकिया है ਤੇ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਜਿਹੜਾ ਐਲਾਨ ਕੀਤਾ ਹੈ, ਬਠਿੰਡੇ ਦੀ ਗੱਲ ਹੋਵੇ ਤੇ ਚਾਹੇ ਗਿੱਦੜਬਾਹੇ ਦੀ ਚੋਣ ਹੋਵੇ ਜਾਂ ਫਿਰ ਜਾਖੜ ਸਾਹਿਬ ਨੂੰ ਕੀਤਾ ਗਿਆ ਉਹ ਖੁੱਲਾ ਚੈਲੰਜ ਹੋਵੇ, ਗੱਲ ਉੱਤੇ ਵੀ ਕਰਾਂਗੇ। ਖਬਰਾਂ ਹੋਰ ਵੀ ਬਹੁਤ ਸਾਰੀਆਂ ਪਰ ਸ਼ੁਰੂਆਤ ਕਰਦੇ ਹਾਂ ਭਾਰਤ ਭੂਸ਼ਣ ਆਸ਼ੂ ਹੋਰਾਂ ਤੋਂ। ਭਾਰਤ ਭੂਸ਼ਣ ਆਸ਼ੂ ਹੋਰਾਂ ਤੇ ਅੱਜ ਘਰ ਤੇ ਰੇਡ ਮਾਰੀ ਹੈ ईडी ने ਤੇ ਬਹੁਤ ਸਾਰੇ ਕਹਿੰਦੇ ਆ ਕਿ ਸਬੂਤ ਇਕੱਠੇ ਕੀਤੇ ਗਏ। ਪਿਛਲੇ ਦਿਨ ਹੀ ਤੁਹਾਨੂੰ ਯਾਦ ਹੋਣਾ ਜਦੋਂ ਭਾਰਤ ਭੂਸ਼ਣ ਆਸ਼ੂ ਇੱਕ ਦੁਕਾਨ ਤੇ ਵਾਲ ਕਟਾਉਣ ਜਾਂਦੇ ਨੇ ਤਾਂ ਉਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਉਸ ਵੇਲੇ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਨਾਲ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਦੇ ਵਿੱਚ ਕੁਝ ਕੁ ਲੋਕਾਂ ਨੇ ਧਰਨਾ ਲਗਾਤਾ ਕਿ ਇਹ ਗ੍ਰਿਫਤਾਰੀ ਗਲਤ ਹੈ। ਜੇਕਰ ਉਹ ਲੋਕ ਕਹਿੰਦੇ ਆ ਕਿ ਗ੍ਰਿਫਤਾਰੀ ਗਲਤ ਹੈ ਮੰਨ ਲੈਂਦੇ ਆ, ਪਰ ਜਦੋਂ ਕਾਨੂੰਨ ਦੀ ਗੱਲ ਕਰਦੇ ਆ ਤੇ ਕਾਨੂੰਨ ਨੇ ਇੱਕ चीज़ कट के सामने रखी सी, सबूत उन्होंने कोल सी कुछ। और सबूत की सी? उन्होंने सबूतों में लिखा गया कि 2000 करोड़ रुपए का एक घपला होया। उस घपले दे विच भारत भूषण आशू के उपर दोष लगे कि इन्हां ने कुछ ठेकेदारां नूं फायदा देने के लिए काम किया। हुण फायदा किन्ना छोटा सी किन्ना वड्डा सी ये तां सानूं पता नहीं, पर जिहड़े छोटे ठेकेदारां ने ये गल कढ के सामने रख दित्ती सबूतां दे नाल, ਤਾਂ ਇਹਦਾ ਮਤਲਬ ਸੀ ਕੁਛ ਨਾ ਕੁਛ ਤਾਂ ਗੜਬੜੀ ਹੋਣੀ ਹੈ। ਅਸੀਂ ਥੋੜਾ ਜਿਹਾ ਪਿਛਲੇ ਕੇਸ ਵਿੱਚ ਜਾਂਦੇ ਹਾਂ। ਜਦੋਂ ਵਿਜੀਲੈਂਸ ਬਿਊਰੋ ਨੇ ਢੋਆ ਢੁਆਈ ਦੇ ਮਾਮਲੇ ਵਿੱਚ ਇੱਕ ਟੈਂਡਰ ਜਾਰੀ ਕਰਨੇ ਸੀ ਤਾਂ ਉਸ ਵੇਲੇ ਵਿਜੀਲੈਂਸ ਨੂੰ ਪਤਾ ਲੱਗਿਆ ਕਿ ਕੁਝ ਠੇਕੇਦਾਰਾਂ ਨਾਲ ਧੱਕਾ ਹੋਇਆ। ਭਾਰਤ ਭੂਸ਼ਣ ਆਸ਼ੂ ਨੇ ਆਪਣੇ ਕੁਝ ਕਰੀਬੀਆਂ ਨੂੰ ਫਾਇਦਾ ਦੇਣ ਦੇ ਲਈ, ਮਦਦ ਦੇਣ ਦੇ ਲਈ ਉਹ ਟੈਂਡਰ ਉਹਨਾਂ ਦੇ ਹੱਕ ਵਿੱਚ ਕੀਤੇ ਤੇ ਉਹਨਾਂ ਨੂੰ ਦਿੱਤੀਆਂ। ਇਹਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ। ਵਿਜੀਲੈਂਸ ਨੂੰ ਲਗਭਗ 30 ਤੋਂ ਵੱਧ ਸ਼ਿਕਾਇਤਾਂ ਇਸ ਮਾਮਲੇ ਦੇ ਵਿੱਚ ਦਰਜ ਹੋਈਆਂ ਸੀਗੀਆਂ ਤੇ ਭਾਰਤ ਭੂਸ਼ਣ ਆਸ਼ੂ ਜਿਹੜੇ ਕਹਿੰਦੇ ਸੀ ਕਿ ਬਦਲਾਖੋਰੀ ਦੀ ਸਿਆਸਤ ਆ ਜੀ, ਇਹ ਮੇਰਾ ਕੋਈ ਕਸੂਰ ਨਹੀਂ, ਮੈਂ ਬਿਲਕੁਲ ਸਹੀ ਆ, ਮੇਰੇ ਨਾਲ ਇਨਸਾਫ ਨਹੀਂ ਕੀਤਾ ਜਾ ਰਿਹਾ, ਧੱਕਾ ਕੀਤਾ ਜਾ ਰਿਹਾ। ਵੈਸੇ ਤਾਂ ਇੱਕ ਗੱਲ ਮਸ਼ਹੂਰ ਹੁੰਦੀ ਹੈ ਹਮੇਸ਼ਾ ਹੀ, ਜਦੋਂ ਦੂਜੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਤਾਂ ਸਿਆਸਤਦਾਨ ਇਹੀ ਗੱਲ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਕੀਤਾ ਗਿਆ। ਹੁਣ ਕੀ ਵਾਕਈ ਉਹਨਾਂ ਨਾਲ ਧੱਕਾ ਹੋਇਆ? ਜਿਸ ਹਿਸਾਬ ਦੇ ਨਾਲ ਇੱਕ ਠੇਕੇਦਾਰ ਦਾ ਨਾਮ ਸਾਹਮਣੇ ਆਇਆ, ਠੇਕੇਦਾਰ ਗੁਰਪ੍ਰੀਤ ਸਿੰਘ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਸੀ। ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ, ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵੱਡੀ ਕੰਪਨੀ ਸੀ ਜਿਹੜਾ ਇੱਕ ਕੰਪਨੀ ਦਾ ਮਾਲਕ ਵੀ ਸੀ। ਹੁਣ ਉਹਨਾਂ ਸਾਰਿਆਂ ਨੇ ਇਹ ਦੋਸ਼ ਲਗਾਇਆ ਸੀ ਸਾਡੇ ਨਾਲ ਧੱਕਾ ਹੋ ਰਿਹਾ, ਪਰ ਧੱਕਾ ਪਤਾ ਨਹੀਂ ਹੋ ਰਿਹਾ, ਇਹ ਤਾਂ ਕਾਨੂੰਨ ਦੱਸੇਗਾ, ਅਦਾਲਤ ਤੈਅ ਕਰੇਗੀ। ਪਰ ਜਿਸ ਮਾਮਲੇ ਦੇ ਵਿੱਚ ਤੇਲੂ ਰਾਮ ਨੇ 2020-21 ਦੇ ਦੌਰਾਨ ਟੈਂਡਰ ਲੈਣ ਲਈ ਮੰਤਰੀ ਨੂੰ 30 ਲੱਖ ਰੁਪਏ ਦੀ ਰਿਸ਼ਵਤ ਦੇਣ ਦਾ ਦਾਅਵਾ ਕੀਤਾ ਤੇ ਪਰਤਾਂ ਹੌਲੀ ਹੌਲੀ ਅੱਗੇ ਵੱਲ ਖੁੱਲੀਆਂ ਸੀਗੀਆਂ। ਜਿਸ ਹਿਸਾਬ ਨਾਲ ਗੰਢੇ ਨੂੰ ਛਿਲਣਾ ਸ਼ੁਰੂ ਕਰਦਿਆਂ ਤੇ ਪਰਤਾਂ ਹੌਲੀ ਹੌਲੀ ਖੁੱਲਦੀਆਂ ਨਾ ਨਿਕਲਦੀਆਂ, ਐਦਾਂ ਪਰਤਾਂ ਹੌਲੀ ਹੌਲੀ ਖੁੱਲਣੀਆਂ ਸ਼ੁਰੂ ਹੋਈਆਂ। ਤੇਲੂ ਰਾਮ ਦੇ ਮੁਤਾਬਕ ਉਹ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂ ਮਲਹੋਤਰਾ ਰਾਹੀਂ ਮੰਤਰੀ ਨੂੰ ਮਿਲਿਆ। ਮੰਤਰੀ ਦੀ ਤਰਫੋਂ ਡਿਪਟੀ ਡਾਇਰੈਕਟਰ ਆਰ ਕੇ ਸਿੰਗਲਾ ਨੇ 20 ਲੱਖ ਰੁਪਏ ਵਸੂਲੇ। ਮੰਤਰੀ ਦੇ ਪੀਏ ਮੀਨੂ ਮਲਹੋਤਰਾ ਨੇ 6 ਲੱਖ ਤੇ ਬਾਕੀ ਹੋਰ ਅਧਿਕਾਰੀਆਂ ਰਾਹੀਂ ਇਹ ਪੈਸੇ ਦਿੱਤੇ। ਕਮਾਲ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਇੱਕ ਜਣੇ ਦਾ ਨਾਮ ਆਉਂਦਾ ਤੇ ਦੂਸਰੇ ਨੂੰ ਪੈਸੇ ਦੇ ਦਿੰਦੇ ਆ, ਦੂਸਰੇ ਦਾ ਨਾਮ ਆਉਂਦਾ ਤੀਸਰੇ ਨੂੰ ਪੈਸੇ ਦਿੱਤੇ ਜਾਂਦੇ ਆ। ਇਹਦਾ ਮਤਲਬ ਹੈ ਕਿ ਇਹ ਤਾਰਾਂ ਉੱਪਰ ਤੱਕ ਲੰਬੀਆਂ ਜੁੜੀਆਂ ਸੀ, ਵੱਡੀਆਂ ਜੁੜੀਆਂ, ਵੱਡੇ ਪੱਧਰ ਤੇ ਕੁੰਡੀਆਂ ਲੱਗੀਆਂ ਦੇ ਵਿੱਚ। ਇਹਦੇ ਵਿੱਚ ਕਈਆਂ ਦਾ ਨਾਮ ਆਉਣਾ। ਅਸੀਂ ਜਿਸ ਹਿਸਾਬ ਦੇ ਨਾਲ ਕਹਿੰਦੇ ਉਹਨਾਂ ਨੇ ਕਿ ਉੱਪਰਲੇ ਪਾਸੇ ਸਰਕਾਰ ਕੋਈ ਸਕੀਮ ਜਾਰੀ ਕਰਦੀ ਹੈ, ਉਦਾਹਰਨ ਦੇ ਤੌਰ ਤੇ 10,000 ਰੁਪਈਆ ਜਾਰੀ ਕੀਤਾ ਜਾਂਦਾ, ਲੋਕਾਂ ਤੱਕ ਪਹੁੰਚਦੇ 100 ਰੁਪਈਆ ਮਸੀਂ ਬਚਦਾ। ਇੱਥੇ ਵੀ ਇਸ ਹਿਸਾਬ ਨਾਲ ਹੁਣ ਕਿਹਨੂੰ ਉੱਪਰ ਰਿਸ਼ਵਤ ਦਿੱਤੀ ਗਈ, ਕਿਸੇ ਨੂੰ 6 ਲੱਖ ਦਿੱਤਾ, ਕਿਸੇ ਨੂੰ 10 ਲੱਖ ਦਿੱਤਾ, ਕਿਸੇ ਨੂੰ 20 ਲੱਖ ਦਿੱਤਾ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਨੇ ਜਦੋਂ ਇਹ ਕਾਰਵਾਈ ਕੀਤੀ ਸਾਰੇ ਦੇਖਦੇ ਪਏ ਸੀ। ਵਿਜੀਲੈਂਸ ਨੇ
ਜਿਹੜੇ ਮੁਲਜ਼ਮ ਸੀਗੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਭਾਰਤ ਭੂਸ਼ਣ ਆਸ਼ੂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਬਾਅਦ ਵਿੱਚ। ਉਸ ਤੋਂ ਬਾਅਦ ਇਹ ਹੌਲੀ ਹੌਲੀ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ। ਤੁਹਾਨੂੰ ਯਾਦ ਹੋਣਾ ਤੇਲੂ ਰਾਮ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਮੀਨੂ ਮਲਹੋਤਰਾ ਉਸ ਵੇਲੇ ਫਰਾਰ ਸੀ ਜਦੋਂ ਦੀ ਇਹ ਗੱਲ ਹੈ। ਪਰ ਬਾਅਦ ਦੇ ਵਿੱਚ ਜਦੋਂ ਕਹਾਣੀ ਅੱਗੇ ਵੱਲ ਵਧੀ ਤੇ ਇਹਦੇ ਵਿੱਚੋਂ ਹੁਣ ਵੀ 2 ਜਣੇ ਵਿਦੇਸ਼ ਚਲੇ ਗਏ, ਪਤਾ ਨਹੀਂ ਲੱਗਿਆ। ਕਹਿੰਦੇ ਪਏ ਚਰਚਾ ਚੱਲਦੀ ਹੈ ਵਿਦੇਸ਼ ਆ, ਇੱਥੇ ਕਿੱਥੇ ਸਾਨੂੰ ਪਤਾ ਨਹੀਂ, ਪਰ ਇੰਨਾ ਜ਼ਰੂਰ ਲੱਭਦੇ ਨਹੀਂ ਪਏ। ਹੁਣ ਉਹਨਾਂ ਲੱਭਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹ ਵੱਖਰੀ ਗੱਲ ਹੈ ਕਿ ਭਾਰਤ ਭੂਸ਼ਣ ਆਸ਼ੂ ਹੁਣ ਜ਼ਮਾਨਤ ਤੇ ਬਾਹਰ ਨੇ, ਪਰ ਆਉਂਦੇ ਦਿਨਾਂ ਨੂੰ ਫਿਰ ਤੋਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਹੋ ਸਕਦਾ ਉਹਨਾਂ ਦੀਆਂ ਮੁਸ਼ਕਲਾਂ ਵੱਧ ਜਾਣ। ਇਹ ਵੀ ਹੋ ਸਕਦਾ ਹੈ ਕਿ ਇਹ ਇੱਕ ਸੰਕੇਤਕ ਕਾਰਵਾਈ ਹੋਵੇ। ਇਹ ਵੀ ਹੋ ਸਕਦਾ ਹੈ ਕਿ ਪੱਕੇ ਸਬੂਤਾਂ ਨਾਲ ਕਾਰਵਾਈ ਕੀਤੀ ਹੋਵੇ ਤੇ ਇਹ ਵੀ ਹੋ ਸਕਦਾ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਦਾਂ ਦੇ ਜਿੰਨੇ ਵੀ ਸਿਆਸਤਦਾਨ ਨੇ ਜਿਨ੍ਹਾਂ ਦੇ ਉੱਪਰ ਦੋਸ਼ ਲੱਗਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋ ਜਾਏਗੀ। ਹੁਣ ਜਦੋਂ ਅਸੀਂ ਵਿਜੀਲੈਂਸ ਦੀ ਗੱਲ ਕਰਦੇ ਹਾਂ, ਜਦੋਂ ਕੇਸ ਦੀ ਗੱਲ ਚੱਲਦੀ ਹੈ ਤੇ ਪੰਜਾਬ ਦੇ ਵਿੱਚ ਵਿਜੀਲੈਂਸ ਦੇ ਅੰਕੜਿਆਂ ਦੇ ਮੁਤਾਬਕ 2017 ਤੋਂ ਲੈ ਕੇ 2017-18 ਦੇ ਵਿੱਚ 159 ਕੇਸ ਦਰਜ ਕੀਤੇ ਗਏ, ਜਿਹਦੇ ਵਿੱਚੋਂ 44 ਜਣਿਆਂ ਨੂੰ ਸਿਰਫ ਸਜ਼ਾ ਮਿਲਦੀ ਹੈ। 2018-19 ਚ ਦਰਜ ਕੀਤੇ ਕੇਸ 159 ਤੇ ਸਜ਼ਾ ਮਿਲਦੀ ਇਹਨਾਂ ਦੇ ਵਿੱਚ 35 ਜਣਿਆਂ ਨੂੰ। 2019-20 ਚ ਵਿਜੀਲੈਂਸ ਕਾਰਵਾਈ ਕਰਦੀ ਹੈ ਤੇ ਉਸ ਵੇਲੇ 159 ਮਾਮਲੇ ਦਰਜ ਕੀਤੇ ਜਾਂਦੇ ਨੇ ਤੇ ਇਹਦੇ ਵਿੱਚ 29 ਜਣਿਆਂ ਨੂੰ ਸਜ਼ਾਵਾਂ ਹੋਈਆਂ। ਅੱਗੇ ਵੱਧਦੇ ਹਾਂ 2021 ਦੇ ਵਿੱਚ 140 ਕੇਸ ਦਰਜ ਕੀਤੇ ਤੇ ਇਹਦੇ ਵਿੱਚ 6 ਜਣਿਆਂ ਨੂੰ ਸਿਰਫ ਸਜ਼ਾ ਹੋਈ। 21-22 ਵਿੱਚ 150 ਦੇ ਖਿਲਾਫ ਕੇਸ ਕੀਤਾ ਗਿਆ, ਸਿਰਫ 6 ਜਣਿਆਂ ਨੂੰ ਸਜ਼ਾ ਹੋਈ। ਤਾਂ ਫਿਰ ਇਹ ਜਿਹੜੇ ਕੇਸ ਇੰਨੇ ਨੇ ਅਜੇ ਤੱਕ ਚੱਲੀ ਜਾਂਦੇ ਨੇ। ਕਿਉਂ ਨਹੀਂ ਇਦਾਂ ਦਾ ਕੋਈ ਹੱਲ ਕੀਤਾ ਜਾਂਦਾ ਕਿ ਤੇਜ਼ੀ ਨਾਲ ਇਹਨਾਂ ਕੇਸਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਲਦੀ ਕੇਸ ਨਿਪਟਾ ਕੇ ਗ੍ਰਿਫਤਾਰ ਕੀਤਾ ਜਾਵੇ। ਵਿਜੀਲੈਂਸ ਦੀ ਜਦੋਂ ਗੱਲ ਕਰਦੇ ਆ ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਕਈ ਸਿਆਸਤਦਾਨ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਕੇਸ ਵੀ ਸ਼ਾਮਲ ਹੈ। ਜਦੋਂ ਸਿਟੀ ਸੈਂਟਰ ਘਪਲੇ ਦੇ ਵਿੱਚ 2017 ਚ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ, ਪਰ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ ਤਾਂ ਉਸ ਵੇਲੇ ਉਹਨਾਂ ਦਾ ਨਾਮ ਮੂਹਰਲੀ ਕਤਾਰ ਦੇ ਵਿੱਚ ਆਇਆ। ਅੱਜ ਕੋਈ ਨਾਮ ਨਹੀਂ ਗਾ, ਕਲੀਨ ਚਿੱਟ ਦਿੱਤੀ ਗਈ ਹੈ। ਰੌਲਾ ਤਾਂ ਦੱਬੀ ਆਵਾਜ਼ ਵਿੱਚ ਪੈਂਦਾ ਹੈ ਨਾ ਕਿ ਘਪਲਾ ਉਹ ਵੀ ਹੈਗਾ, ਕਿ ਦੁਬਾਰਾ ਜਾਂਚ ਹੋਏਗੀ, ਆਉਣ ਵਾਲਾ ਸਮਾਂ ਦੱਸੇਗਾ। ਪਰ ਇੰਨਾ ਜ਼ਰੂਰ ਹੈ ਕਿ ਇਹ ਰਿਕਾਰਡ ਜਿਸ ਹਿਸਾਬ ਦੇ ਨਾਲ ਇਸ ਵੇਲੇ ਸਾਹਮਣੇ ਆ ਰਹੇ ਨੇ ਕਿ ਕੇਸ ਇੰਨੇ ਹੋ ਜਾਂਦੇ ਆ ਤੇ ਕਾਰਵਾਈ ਘੱਟ ਕਿਉਂ ਹੁੰਦੀ ਹੈ। ਅਸੀਂ ਜਦੋਂ ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰਦੇ ਪਏ ਹਾਂ ਤੇ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੁਣ ਲੱਗਦਾ ਵੱਧ ਸਕਦੀਆਂ ਨੇ, ਕਿਉਂਕਿ ਉਹਨਾਂ ਦੇ ਕਰੀਬੀਆਂ ਦੇ ਖਿਲਾਫ ਵੀ ਇਸ ਵੇਲੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। 2 ਕਰੀਬੀ ਸੀਗੇ, ਇਸੇ ਕਰਕੇ ਛਾਪੇਮਾਰੀ ਹੋਈ ਹੈ। ਇਹ ਸ਼ੱਕ ਨਹੀਂ ਕਿਸੇ ਤਰ੍ਹਾਂ ਦਾ। ਫਿਰ ਕਹਿੰਦੇ ਆ ਕਿ ਸਬੂਤਾਂ ਦੇ ਆਧਾਰ ਤੇ ਹੀ ਇਹ ਸਾਰਾ ਕੁਝ ਹੋ ਰਿਹਾ। ਦੂਜੇ ਪਾਸੇ ਮੁੱਲਾਂਪੁਰ ਦੇ ਵਿੱਚ ਵੀ ਈਡੀ ਦੀ ਰੇਡ ਪਈ ਹੈ ਅੱਜ, ਤੇ ਮੁੱਲਾਂਪੁਰ ਦੇ ਵਿੱਚ ਜਿਹੜੀ ਰੇਡ ਹੋਈ ਹੈ ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਅਜੇ ਤੱਕ ਪੂਰੇ ਅੰਕੜੇ ਜਾਂ ਪੂਰੀ ਜਾਣਕਾਰੀ ਸਾਡੇ ਕੋਲ ਨਹੀਂ ਪਹੁੰਚੀ, ਕਿਉਂਕਿ ਅਜੇ ਤੱਕ ਵੀ ਉੱਥੇ ਰੇਡ ਦਾ ਕੰਮ ਚੱਲਦਾ ਪਿਆ। ਪਰ ਜਿੰਨੀ ਕੁ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਦੇਖਦੇ ਹਾਂ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਵਿੱਚ ਅੱਗੇ ਬਣਦਾ ਕੀ ਹੈ। ਅੱਗੇ ਵੱਧਦੇ ਹਾਂ, ਗੱਲ ਕਰਨੀ ਹੈ ਪੰਜਾਬ ਦੇ ਵਿੱਚ ਜੋ ਇਸ ਵੇਲੇ ਚਰਚਾ ਚੱਲਦੀ ਪਈ ਹੈ ਕਿ ਹੜ੍ਹ ਆ ਸਕਦੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਲੋੜ ਤੋਂ ਜ਼ਿਆਦਾ ਮੀਂਹ ਪਿਆ, ਪੰਜਾਬ ਦਾ ਨੁਕਸਾਨ ਬਹੁਤ ਹੋਇਆ। ਪੰਜਾਬ ਤੋਂ ਜ਼ਿਆਦਾ ਨੁਕਸਾਨ ਹਿਮਾਚਲ ਪ੍ਰਦੇਸ਼ ਦਾ ਵੀ ਹੋਇਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਜਿਸ ਹਿਸਾਬ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ, 8 ਮੰਜ਼ਲਾ ਇਮਾਰਤ 8 ਸਕਿੰਟਾਂ ਦੇ ਵਿੱਚ ਹੀ ਡਿੱਗ ਪਈ। ਹੁਣ ਉਹ ਥਾਵਾਂ ਜਿੱਥੇ ਲੋਕ ਟੂਰਿਜ਼ਮ ਦੇ ਤੌਰ ਤੇ ਜਾਂਦੇ ਸੀ, ਉਹ ਥਾਵਾਂ ਜਿੱਥੇ ਲੋਕ ਜਾ ਕੇ ਸਭ ਤੋਂ ਪਹਿਲਾਂ ਕਮਰਾ ਉਸ ਥਾਂ ਤੇ ਲੈਂਦੇ ਸੀ ਕਿ ਸਾਨੂੰ ਬਾਹਰਲੇ ਪਹਾੜੀ ਦ੍ਰਿਸ਼ ਬਹੁਤ ਵਧੀਆ ਦਿਸੇ, ਉਹ ਸਾਰੀਆਂ ਥਾਵਾਂ ਲਗਭਗ ਖਤਮ ਹੋ ਚੁੱਕੀਆਂ ਨੇ। 7000 ਤੋਂ ਵੱਧ ਘਰਾਂ ਨੂੰ ਨੁਕਸਾਨ ਹੋਇਆ। 400 ਘਰ ਉੱਥੇ ਬਿਲਕੁਲ ਹੀ ਢਿੱਠ ਗਿਆ। ਸੜਕਾਂ ਅਜੇ ਤੱਕ ਵੀ ਜਾਮ ਨੇ। 200 ਤੋਂ ਵੱਧ ਸੜਕਾਂ ਦੱਸਿਆ ਜਾ ਰਿਹਾ ਜਾਮ ਹੈ। ਢਿੱਗਾਂ ਡਿੱਗ ਰਹੀਆਂ ਨੇ, ਪਹਾੜ ਖਿਸਕ ਰਹੇ ਨੇ। ਜਿਸ ਹਿਸਾਬ ਦੇ ਨਾਲ ਇਹ ਨੁਕਸਾਨ ਹੋ ਰਿਹਾ, ਕੁਦਰਤ ਦੀ ਕਰੋਪੀ ਹੈ। ਕੁਦਰਤ ਇਸ ਵੇਲੇ ਕਹਿਰਵਾਨ ਹੈ, ਮਿਹਰਬਾਨ ਨਹੀਂ। ਜਿਸ ਹਿਸਾਬ ਦੇ ਨਾਲ ਇਹ ਅੰਕੜੇ ਵੱਧਦੇ ਜਾ ਰਹੇ ਨੇ, ਕੱਲ ਦੀਆਂ ਹੁਣ ਤੱਕ 17 ਮੌਤਾਂ ਹੋ ਚੁੱਕੀਆਂ ਨੇ। 2 ਥਾਵਾਂ ਤੇ ਬੱਦਲ ਫਟਿਆ ਤੇ ਇਹ ਅਗਲੇ ਦਿਨਾਂ ਦੇ ਦੌਰਾਨ ਵੀ ਮੌਸਮ ਨੇ ਅਲਰਟ ਜਾਰੀ ਕੀਤਾ ਕਿ ਮੀਂਹ ਇਸੇ ਤਰ੍ਹਾਂ ਪੈਂਦਾ ਰਹਿ ਸਕਦਾ, ਕਿਉਂਕਿ ਜਿਸ ਹਿਸਾਬ ਦੇ ਨਾਲ ਇਸ ਵੇਲੇ ਕੁਝ ਕੁ ਥਾਵਾਂ ਤੇ ਉੱਥੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ, ਹੁਣ ਉਸ ਯੈਲੋ ਅਲਰਟ ਨੂੰ ਰੈੱਡ ਅਲਰਟ ਦੇ ਵਿੱਚ ਪਾ ਦਿੱਤਾ ਗਿਆ। ਇਹਦਾ ਮਤਲਬ ਹੈ ਕਿ ਆਉਂਦੇ ਦਿਨਾਂ ਨੂੰ ਮੀਂਹ ਹੁਣ ਹੋਰ ਪੈਣ ਦੀ ਸੰਭਾਵਨਾ ਉੱਥੇ ਜਤਾਈ ਜਾ ਰਹੀ ਹੈ। ਦੂਜੇ ਪਾਸੇ ਜਦੋਂ ਹਿਮਾਚਲ ਪ੍ਰਦੇਸ਼ ਦੀ ਹੀ ਗੱਲ ਕਰਦੇ ਹਾਂ, ਹਿਮਾਚਲ ਪ੍ਰਦੇਸ਼ ਵਿੱਚ ਜਿਹੜੇ ਲੋਕ ਘੁੰਮਣ ਫਿਰਨ ਜਾਂਦੇ ਸੀ, ਉਹਨਾਂ ਦੇ ਵਿੱਚੋਂ ਵੀ ਕਈ ਲੋਕ ਇਸ ਵੇਲੇ ਫਸੇ ਹੋਏ ਨੇ। ਉਹਨਾਂ ਨੂੰ ਉੱਥੋਂ ਕੱਢਣ ਦੇ ਲਈ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਪਰ ਇਹ ਕੋਸ਼ਿਸ਼ ਅਜੇ ਤੱਕ ਪੂਰੀ ਨਹੀਂ ਹੁੰਦੀ ਦਿਖਾਈ ਦੇ ਰਹੀ, ਕਿਉਂਕਿ ਸਰਕਾਰ ਉੱਥੋਂ ਕਹਿ ਰਹੀ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਹਾਂ
ਜਿਹੜੇ ਇਸ ਵੇਲੇ ਮੁਸੀਬਤ ਦੇ ਵਿੱਚ ਨੇ ਖੜੇ ਤਾਂ ਹੋਣਾ ਹੀ ਪੈਣਾ, ਕਿਉਂਕਿ ਇਹ ਲੋਕਾਂ ਲਈ ਜ਼ਿੰਮੇਵਾਰੀ ਸਰਕਾਰ ਦੀ ਮੁੱਖ ਤੌਰ ਤੇ ਹੁੰਦੀ ਹੈ। ਪਰ ਜੇਕਰ ਇਹ ਮੀਂਹ ਆਉਣ ਵਾਲੇ ਦਿਨਾਂ 'ਚ 7 ਦਿਨ ਦਾ ਅਲਰਟ ਜਾਰੀ ਕੀਤਾ ਗਿਆ, ਭਾਰਤ ਦੇ ਕਈ ਸੂਬਿਆਂ 'ਚ 7 ਦਿਨ ਦਾ ਅਲਰਟ ਹੈ, ਵੈਸੇ ਯੂਪੀ, ਝਾਰਖੰਡ ਜਾਂ ਫਿਰ ਹਿਮਾਚਲ ਪ੍ਰਦੇਸ਼, ਪੰਜਾਬ ਦੇ ਵਿੱਚ ਵੀ 28 ਤਰੀਕ ਤੱਕ ਦਾ ਮੀਂਹ ਦੱਸਿਆ, ਪਰ ਇਹ ਲਗਾਤਾਰ ਜਿਸ ਹਿਸਾਬ ਦੇ ਨਾਲ ਵੱਧਦਾ ਜਾ ਰਿਹਾ ਖਦਸ਼ਾ ਮੀਂਹ ਦਾ, ਇਹਨਾਂ ਨੁਕਸਾਨ ਵੱਡੇ ਪੱਧਰ ਤੇ ਹੋ ਸਕਦਾ ਹੈ। ਇੱਕ ਹੋਰ ਉੱਥੇ ਸੀਗੀਆਂ 800 ਸੜਕਾਂ ਜਿਸ ਹਿਸਾਬ ਨਾਲ ਬੰਦ ਹੋਈਆਂ, ਅੱਧੇ ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਹੈ, ਬਹੁਤ ਸਾਰੇ ਲੋਕ ਲਾਪਤਾ ਨੇ। ਤੇ ਜੇਕਰ ਇਹ ਮੀਂਹ ਆਉਣ ਵਾਲੇ ਦਿਨਾਂ 'ਚ ਆਉਂਦਾ ਤੇ ਪੰਜਾਬ ਤੇ ਵੀ ਅਸਰ ਹੋਣਾ, ਦੂਜੇ ਸੂਬਿਆਂ 'ਚ ਵੀ ਹੋ ਸਕਦਾ, ਕਿਉਂਕਿ ਮਹਿੰਗਾਈ ਵਧਣੀ ਹੈ, ਸਬਜ਼ੀਆਂ ਮਹਿੰਗੀਆਂ ਹੋ ਜਾਣੀਆਂ। ਜ਼ਿਆਦਾਤਰ ਸਬਜ਼ੀਆਂ ਹਿਮਾਚਲ ਪ੍ਰਦੇਸ਼ ਤੋਂ ਹੀ ਆਉਂਦੀਆਂ ਨੇ। ਕੁੱਲੂ ਦੇ ਵਿੱਚ ਵੀ ਅੱਜ ਖਬਰ ਆਈ ਸੀ ਕਿ ਕੁਝ ਕੁ ਥਾਵਾਂ ਤੇ 7 ਇਮਾਰਤਾਂ ਡਿੱਗੀਆਂ। ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ? ਦਰਅਸਲ ਉੱਥੇ ਜਿਹੜਾ ਮੀਂਹ ਪਿਆ ਇਸ ਵਾਰ, ਉੱਪਰਲੇ ਪਾਸੇ ਪਹਾੜਾਂ ਦੇ ਪੱਥਰ ਹੈ। ਹੁਣ ਉਹ ਪੱਥਰ ਤੋਂ ਪਾਣੀ ਥੱਲੜੀ ਪਰਤ ਵੱਲ ਆਇਆ, ਥੱਲੜੀ ਪਰਤ ਵੱਲ ਆਇਆ, ਜਿੱਥੇ ਪਹਾੜਾਂ ਦੇ ਸਭ ਤੋਂ ਥੱਲੇ ਮਿੱਟੀ ਹੈ, ਰੇਤਾ ਜਿਹੀ ਹੈ, ਉਹ ਖਿਸਕੀ ਥੱਲਿਓਂ। ਉਹਦੇ ਕਰਕੇ ਪਹਾੜ ਲਗਾਤਾਰ ਡਿੱਗਦੇ ਜਾ ਰਹੇ ਨੇ। ਆਉਂਦੇ ਦਿਨਾਂ ਨੂੰ ਕਿੱਥੇ ਲੈਂਡਸਲਾਈਡ ਹੋ ਜਾਣੀ ਕੁਝ ਨਹੀਂ ਪਤਾ ਕਿਸੇ ਨੂੰ, ਪਰ ਨੁਕਸਾਨ ਵੱਡੇ ਪੱਧਰ ਤੇ ਹੋ ਸਕਦਾ ਹੈ। ਥੋੜੀ ਜਿਹੀ ਜਦੋਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰਦੇ ਹਾਂ ਤਾਂ ਜਦੋਂ ਡੈਮ ਯੁੱਗ ਦੀ ਸ਼ੁਰੂਆਤ ਹੁੰਦੀ ਹੈ, ਕਿਉਂਕਿ ਇਸ ਵੇਲੇ ਰੌਲਾ ਇਹੀ ਹੈ ਕਿ ਫਲਾਨੀ ਡੈਮ ਦੇ ਵਿੱਚੋਂ ਪਾਣੀ ਛੱਡ ਦੇਣਾ, ਪੌਂਗ ਡੈਮ ਵਿੱਚ ਪਾਣੀ ਵੱਧ ਚੁੱਕਿਆ, ਭਾਖੜਾ ਡੈਮ 'ਚ ਪਾਣੀ ਵੱਧ ਚੁੱਕਿਆ। ਜਦੋਂ ਡੈਮ ਯੁੱਗ ਦੀ ਗੱਲ ਕਰਦੇ ਹਾਂ ਤਾਂ ਇਹ ਅੰਗਰੇਜ਼ੀ ਰਾਜ ਦੀ ਦੇਣ ਹੈ। ਉਸ ਵੇਲੇ ਸਹੀ ਤਰੀਕੇ ਨਾਲ ਡੈਮ ਬਣਾਏ ਗਏ ਇਸ ਕਰਕੇ ਕਿ ਪਾਣੀ ਨੂੰ ਰੋਕਿਆ ਜਾਵੇ। ਉਸ ਵੇਲੇ ਫਾਇਦਾ ਵੀ ਬਹੁਤ ਹੋਇਆ, ਬਹੁਤ ਸਾਰੇ ਕਿਸਾਨਾਂ ਨੂੰ ਖੇਤੀ ਦੇ ਲਈ ਫਾਇਦਾ ਹੋਇਆ, ਬਹੁਤ ਸਾਰੇ ਕਿਸਾਨਾਂ ਨੂੰ ਉਸ ਵੇਲੇ ਇਸ ਗੱਲ ਦਾ ਵੀ ਫਾਇਦਾ ਸੀਗਾ ਕਿ ਜਿੱਥੇ ਜ਼ਰੂਰਤ ਸੀ ਪਾਣੀ ਆਰਾਮ ਨਾਲ ਮਿਲ ਜਾਂਦਾ ਸੀਗਾ। ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਆਉਂਦੇ ਦਿਨਾਂ ਨੂੰ ਇਹੀ ਡੈਮਾਂ ਦਾ ਪਾਣੀ ਖਤਰਾ ਵੀ ਬਣ ਸਕਦਾ, ਕਿਉਂਕਿ ਉਸ ਵੇਲੇ ਸਮਾਂ ਹੋਰ ਸੀ, ਅੱਜ ਸਮਾਂ ਹੋਰ ਹੈ। ਅੱਜ ਖਤਰੇ ਦੇ ਨਿਸ਼ਾਨ ਤੋਂ ਉੱਪਰ ਡੈਮ ਦਾ ਪਾਣੀ ਵਗਦਾ ਪਿਆ। ਸਾਡੇ ਇੱਥੇ ਸਿਆਸਤਦਾਨ ਨੇ, ਸੁਖਬੀਰ ਸਿੰਘ ਬਾਦਲ ਦਾ ਅੱਜ ਇੱਕ ਬਿਆਨ ਆਇਆ, ਉਹ ਕਹਿੰਦੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ ਪਾਣੀ ਉਦੋਂ ਵੀ ਆਉਂਦਾ ਸੀ, ਕਹਿੰਦੇ, ਪਰ ਅਸੀਂ ਤਰੀਕੇ ਨਾਲ ਪਾਣੀ ਰੱਖਦੇ ਹੀ ਛੱਡਦੇ ਵੀ ਸੀਗੇ। ਚਲੋ ਉਹਨਾਂ ਦਾ ਆਪਣਾ ਇਹ ਤਰੀਕਾ ਹੈ ਗੱਲ ਕਰਨ ਦਾ, ਜਾਂ ਕਹਿ ਲਈਏ ਉਹਨਾਂ ਕੋਲ ਆਪਣਾ ਐਨਾਲਾਈਜ਼ ਹੈ ਇਸ ਚੀਜ਼ ਦਾ। ਪਰ ਸਵਾਲ ਇਹ ਹੈ ਕਿ ਇੱਥੇ ਪਾਣੀ ਜਿਸ ਹਿਸਾਬ ਦੇ ਨਾਲ ਵਧਿਆ, ਆਉਣ ਵਾਲੇ ਦਿਨਾਂ ਦੇ ਦੌਰਾਨ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ। ਰੇਤਾ ਹੋਵੇ, ਬਜਰੀ ਹੋਵੇ, ਸੀਮੈਂਟ ਹੋਵੇ, ਜੋ ਮਰਜ਼ੀ ਹੋਵੇ, ਪਹਾੜ ਖਿਸਕਦੇ ਪਏ ਨੇ, ਲੋਕਾਂ ਲਈ ਨੁਕਸਾਨ ਹੈ, ਘਰ ਨੁਕਸਾਨੇ ਜਾ ਰਹੇ ਨੇ, ਤੇ ਕਿਸ ਹਿਸਾਬ ਦੇ ਨਾਲ ਹੱਲ ਨਿਕਲਦਾ ਇਹਦਾ ਤਾਂ ਅਜੇ ਤੱਕ ਪਤਾ ਨਹੀਂ। 1901 ਦੇ ਵਿੱਚ ਵਾਇਸਰਾਏ ਲਾਰਡ ਕਰਜ਼ਨ ਨੇ PWD ਮਹਿਕਮੇ ਨੂੰ ਇਹ ਗੱਲ ਕਹੀ ਸੀ, ਖਬਰਦਾਰ ਕੀਤਾ ਸੀ ਕਿ ਸ਼ਿਮਲੇ ਵਿੱਚ ਇਮਾਰਤਾਂ ਦੀ ਉਸਾਰੀ ਦੀ ਅੰਨੀ ਖੁੱਲ ਜਾਂ ਲੁੱਟ ਨਾ ਪਾਈ ਜਾਵੇ, ਇਮਾਰਤਾਂ ਨੂੰ ਇਹਨਾਂ ਨਾ ਬਣਾਉਣ ਦਿੱਤਾ ਜਾਵੇ ਕਿਉਂਕਿ ਨੁਕਸਾਨ ਹੋ ਸਕਦਾ। 1901 ਦੇ ਵਿੱਚ ਇਹ ਗੱਲ ਕਹੀ ਸੀ, ਉਦੋਂ ਮੰਨਿਆ ਨਹੀਂ ਕਿਸੇ ਨੇ। ਉਹਨਾਂ ਦਿਨਾਂ ਦੇ ਦੌਰਾਨ ਹੀ ਜਦੋਂ ਸ਼ਿਮਲੇ ਦੇ ਵਿੱਚ 1903 ਜਾਂ 4 ਦੇ ਵਿੱਚ ਟ੍ਰੇਨ ਚੰਗੀ ਤਰ੍ਹਾਂ ਸ਼ੁਰੂ ਕੀਤੀ ਜਾਂਦੀ ਹੈ ਤੇ ਉਹ ਟ੍ਰੇਨ ਅੱਗੇ ਜਾ ਕੇ ਬਹੁਤ ਸਾਰੇ ਲੋਕ ਜਦੋਂ ਚ ਸਫ਼ਰ ਕਰਦੇ ਨੇ ਤਾਂ ਉਸ ਵੇਲੇ 15,000 ਦੀ ਆਬਾਦੀ ਅਚਾਨਕ ਵੱਧ ਗਈ ਤੇ 1905 ਵਿੱਚ ਹੀ ਸ਼ਿਮਲੇ ਵਿੱਚ ਗਰਮੀਆਂ 'ਚ ਰਹਿਣ ਵਾਲੇ ਲੋਕਾਂ ਦੀ ਆਬਾਦੀ ਵੀ 30,000 ਤੋਂ ਟੱਪ ਗਈ ਸੀ। ਉਸ ਵੇਲੇ ਵੀ ਇਹ ਕਿਹਾ ਗਿਆ ਸੀ ਕਿ ਨੁਕਸਾਨ ਆਉਣ ਵਾਲੇ ਸਮੇਂ 'ਚ ਹੋ ਸਕਦਾ। ਅੱਜ ਤਾਂ ਲੱਖਾਂ ਲੋਕ ਜਾਂਦੇ ਆ, ਚਲੋ ਉਦੋਂ ਸੜਕਾਂ ਉਹ ਨਹੀਂ ਸੀਗੀਆਂ, ਪਰ ਅੱਜ ਸੜਕਾਂ ਵਧੀਆ ਨੇ। ਪਰ ਸਵਾਲ ਇਹ ਉੱਠਦਾ ਪਿਆ ਕਿ ਜਿਹੜੀਆਂ ਡੈਮਾਂ ਤੋਂ ਪਾਣੀ ਛੱਡਣਾ ਚਾਹੀਦਾ ਹੌਲੀ ਹੌਲੀ, ਉਹ ਡੈਮਾਂ ਦੇ ਵਿੱਚ ਪਾਣੀ ਵਧਣ ਕਰਕੇ ਖਤਰਾ ਵੱਧਦਾ ਜਾ ਰਿਹਾ। ਅਸੀਂ ਪੰਜਾਬ ਤੇ ਆਉਂਦੇ ਹਾਂ, ਪੰਜਾਬ ਦੇ ਵਿੱਚ ਪੌਂਗ ਡੈਮ 'ਚ ਪਾਣੀ ਵੱਧਦਾ ਪਿਆ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਭਾਖੜਾ 'ਚ ਪਾਣੀ ਵੱਧਦਾ ਪਿਆ। ਆਉਣ ਵਾਲੇ ਦਿਨਾਂ 'ਚ ਜੇਕਰ ਭਾਖੜਾ ਤੋਂ ਪਾਣੀ ਛੱਡਦੇ ਨੇ ਤਾਂ ਨੁਕਸਾਨ ਖੇਤਾਂ 'ਚ ਹੋ ਸਕਦਾ, ਜਿਸ ਤਰ੍ਹਾਂ ਪਹਿਲਾਂ ਹੋਇਆ। ਅਜੇ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਨੇ, ਚਾਹੇ ਉਹ ਸੁਲਤਾਨਪੁਰ ਲੋਧੀ ਦਾ ਇਲਾਕਾ ਹੋਵੇ, ਜਲੰਧਰ, ਰੋਪੜ, ਨਵਾਂ ਸ਼ਹਿਰ ਜਾਂ ਗੁਰਦਾਸਪੁਰ, ਪਟਿਆਲਾ ਵੀ, ਇਹਨਾਂ ਥਾਵਾਂ ਤੇ ਅਜੇ ਤੱਕ ਪਹਿਲਾ ਪਾਣੀ ਸੁੱਕਿਆ ਨਹੀਂ। ਅਸੀਂ ਦੇਖਿਆ ਕਿੰਨਾ ਹਾਲਾਤਾਂ ਦੇ ਵਿੱਚ ਲੋਕ ਰਹੇ, ਅਸੀਂ ਦੇਖਿਆ 4-4 ਦਿਨ 5-5 ਫੁੱਟ ਪਾਣੀ ਰਿਹਾ। ਅਸੀਂ ਦੇਖਿਆ ਬਹੁਤ ਸਾਰੇ NRA ਭਰਾਵਾਂ ਨੇ, ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ, ਬਹੁਤ ਸਾਰੇ ਨੌਜਵਾਨਾਂ ਨੇ ਸਾਥ ਦਿੱਤਾ ਲੋਕਾਂ ਦਾ, ਉਹਨਾਂ ਤੱਕ ਹਰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਵਾਰ ਫਿਰ ਤੋਂ ਇਹ ਪਾਣੀ ਹੌਲੀ ਹੌਲੀ ਕਰਕੇ ਛੱਡਿਆ ਜਾ ਸਕਦਾ ਹੈ। ਅੱਜ ਇਹ ਖਬਰਾਂ ਸਾਹਮਣੇ ਆ ਗਈਆਂ ਨੇ ਤੇ ਕੱਲ ਤੱਕ ਕਿਸ ਤਰ੍ਹਾਂ ਦੇ ਹਾਲਾਤ ਰਹਿੰਦੇ ਨੇ ਅਸੀਂ ਇੰਤਜ਼ਾਰ ਕਰਾਂਗੇ। ਪਰ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕੀਤਾ ਹੋਇਆ 3 ਦਿਨ ਮੀਂਹ ਦਾ। ਜੇਕਰ ਮੀਂਹ ਜ਼ਿਆਦਾ ਪੈਂਦਾ ਹੈ, ਹਿਮਾਚਲ ਪ੍ਰਦੇਸ਼ ਤੋਂ ਮੀਂਹ ਦਾ ਪਾਣੀ ਆਉਂਦਾ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਖਤਰਾ ਇਹਦਾ ਹੋ ਸਕਦਾ ਹੈ। ਤੇ ਜ਼ਰੂਰੀ ਇਹੀ ਹੈ ਕਿ ਜਿਹੜੇ ਕੰਮ ਸਾਰੇ ਕਰਨ ਵਾਲੇ ਸੀ ਉਹ ਕੀਤੇ ਜਾਣ। ਹੁਣ ਕੰਮ ਕਿਹੜੇ ਸੀਗੇ? ਸਰਕਾਰਾਂ ਨੂੰ ਪਹਿਲਾਂ ਚਾਹੀਦਾ, ਜੇ ਪਤਾ ਸੀ ਮੌਨਸੂਨ ਆਉਣੀ ਹੈ ਤਾਂ ਮੌਨਸੂਨ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ। ਅਸੀਂ ਪਿਛਲੀਆਂ ਸਰਕਾਰਾਂ ਨੂੰ ਜੇਕਰ ਕਹਿ ਸਕਦੇ ਹਾਂ ਕਿ ਉਹਨਾਂ ਨੇ ਛੱਪੜਾਂ ਦੀ ਸਫਾਈ ਨਹੀਂ ਕਰਾਈ, ਡਰੇਨਾਂ ਦੀ ਸਫਾਈ ਨਹੀਂ ਕਰਾਈ, ਤਾਂ ਇਸ ਵੇਲੇ ਵੀ ਉਹੀ ਗੱਲ ਹੈ, ਇਸ ਵੇਲੇ ਵੀ ਉਹੀ ਚੀਜ਼ਾਂ ਸੀਗੀਆਂ। ਲੋਕ ਇਸ ਗੱਲ ਦਾ ਵਿਰੋਧ ਕਰਦੇ ਪਏ, ਸਿਆਸਤਦਾਨ ਇਸ ਗੱਲ ਦਾ ਵਿਰੋਧ ਕਰਦੇ, ਮੁੱਦੇ ਚੁੱਕਦੇ ਪਏ ਨੇ। ਇਸ ਮੁੱਦੇ ਤੇ ਸਭ ਤੋਂ ਵੱਧ ਚਰਚਾ ਕਰਨ ਦੀ ਜ਼ਰੂਰਤ ਹੈ। ਇਹ ਨਹੀਂ ਕਿ 1 ਸਾਲ ਹੜ੍ਹ ਆ ਗਏ, ਮੀਂਹ ਆ ਗਏ ਤਾਂ ਬਸ ਠੀਕ ਹੈ, ਅਗਲੇ ਸਾਲ ਕੁਛ ਨਹੀਂ, 5 ਸਾਲਾਂ ਵਿੱਚ ਵੀ ਕੁਛ ਨਹੀਂ, 10 ਸਾਲਾਂ ਵਿੱਚ ਵੀ ਕੁਛ ਨਹੀਂ, ਮਾਰ ਲੋਕਾਂ ਨੂੰ ਪੈਂਦੀ ਹੈ, ਉਹ ਸਾਰਾ ਕੁਛ ਦੇਖਣ ਦੀ ਜ਼ਰੂਰਤ ਹੈ।
ਅੱਗੇ ਵੱਧਦੇ ਹਾਂ, ਗੱਲ ਕਰਨੀ ਆ ਕਾਂਗਰਸ ਦੀ। ਇਸ ਵੇਲੇ ਕਸੂਤੀ ਜਿਹੀ ਸਥਿਤੀ ਹੈ। 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰਾ ਕੱਸ ਲਈਆਂ ਨੇ। ਭਾਜਪਾ ਪਾਰਟੀ ਆਪਣੇ 22 ਕਰੋੜ ਵੋਟਰਾਂ ਦੇ ਨਾਲ ਅੱਗੇ ਵੱਲ ਵਧਣਾ ਚਾਹੁੰਦੀ ਹੈ। ਉਹ ਵੋਟਰ 22 ਕਰੋੜ ਹੀ ਰਹਿਣਗੇ ਜਿਨ੍ਹਾਂ ਨੇ ਪਿਛਲੀ ਵਾਰ ਵੋਟ ਪਾਈ, ਜਾਂ 21 ਕਰੋੜ ਰਹਿ ਜਾਣਗੇ, ਜਾਂ 25 ਕਰੋੜ ਹੋ ਜਾਣਗੇ, 16 ਕਰੋੜ ਹੋਣਗੇ ਜਾਂ 27 ਕਰੋੜ ਹੋਣਗੇ, ਇਹ ਪਤਾ ਨਹੀਂ। ਪਰ ਇੰਨਾ ਜ਼ਰੂਰ ਹੈ, ਭਾਜਪਾ ਪਾਰਟੀ ਇਸ ਵੇਲੇ ਦਾਅਵਾ ਕਰਦੀ ਹੈ ਕਿ ਸਾਡੀ ਸਰਕਾਰ ਡਬਲ ਇੰਜਨ ਵਾਲੀ ਇੱਕ ਵਾਰੀ ਫਿਰ ਤੋਂ ਬਣੇਗੀ। ਇਹ ਲੋਕਾਂ ਤੇ ਨਿਰਭਰ ਕਰਦਾ ਹੈ। ਇਹ ਲੋਕ ਨੇ ਵੋਟਾਂ ਪਾਉਣਗੇ ਜਾਂ ਨਹੀਂ ਪਾਉਣਗੇ, ਇਹ ਲੋਕ ਤੈਅ ਕਰਨਗੇ। ਦਾਅਵੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ ਹੁੰਦੀਆਂ। ਪੰਜਾਬ ਦੇ ਵਿੱਚ ਚੱਕ ਲੋ ਪਾਰਟੀ ਵੀ ਤੇ ਚੱਕ ਲੋ ਰੱਖ ਲੋ ਪਾਰਟੀ ਵੀ ਤਾਂ ਆਈ ਸੀਗੀ। ਉਹਨੇ ਕੀ ਕਿਹਾ ਸੀਗਾ ਕਿ ਅਸੀਂ ਵੀ ਜਿੱਤ ਦਾ ਦਾਅਵਾ ਕਰਦੇ ਹਾਂ। ਪੰਜਾਬ ਦੇ ਵਿੱਚ ਤਾਂ ਕਾਂਗਰਸ ਪਾਰਟੀ ਨੇ ਵੀ ਜਿੱਤ ਦਾ ਦਾਅਵਾ ਕੀਤਾ ਸੀ। ਸਾਰੀਆਂ ਪਾਰਟੀਆਂ ਜਿੱਤ ਦਾ ਦਾਅਵਾ ਕਰਦੀਆਂ ਨੇ, ਪਰ ਲੋਕ ਨੇ ਜਿਹੜੇ ਸਭ ਤੋਂ ਵੱਡੀ ਵੋਟਾਂ ਦੀ ਤਾਕਤ ਜਿਨ੍ਹਾਂ ਦੇ ਕੋਲ ਹੈ, ਤੇ ਉਹ ਲੋਕਤੰਤਰ ਦੇ ਵਿੱਚ ਪਾਰਟੀ ਨੂੰ ਜਿਤਾਉਂਦੇ ਨੇ। ਅਸੀਂ ਕਾਂਗਰਸ ਦੀ ਜੇਕਰ ਗੱਲ ਕਰੀਏ, ਇਸ ਵੇਲੇ ਵੱਖ-ਵੱਖ ਥਾਵਾਂ ਤੇ ਕਾਂਗਰਸ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਸ ਤਰ੍ਹਾਂ ਵੋਟਰਾਂ ਨੂੰ ਨਾਲ ਰੱਖਿਆ ਜਾਵੇ। ਜਾਤੀ ਆਧਾਰਿਤ ਪੱਤਾ ਖੇਲਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੇਲੇ ਜਿਸ ਹਿਸਾਬ ਦੇ ਨਾਲ SC ST ਤੇ ਨਾਲ ਦੀ ਨਾਲ ਜਿਹੜੇ ਕਬਾਇਲੀ ਸਮਾਜ ਹੈ ਉਹਨਾਂ ਨੂੰ ਨਾਲ ਰੱਖਣ ਦੇ ਲਈ ਕਾਂਗਰਸ ਸਰਕਾਰ ਉੱਥੇ ਇਸ ਵਾਰ ਪੂਲ ਸਥਾਪਿਤ ਕਰੇਗੀ। ਚਲੋ ਠੀਕ ਹੈ, ਇਹ ਕਾਂਗਰਸ ਦੀ ਮਰਜ਼ੀ ਹੈ, ਪਰ ਇਹਨਾਂ ਹੋਣਾ ਕੀ ਹੈ, ਇਹਦੇ ਨਾਲ ਉਹ ਸਾਰੇ ਲੋਕ ਉਹਨਾਂ ਦੇ ਨਾਲ ਆ ਸਕਦੇ ਨੇ ਜਿੱਥੇ ਤੱਕ ਕਦੀ ਕਿਸੇ ਨੇ ਪਹੁੰਚ ਨਹੀਂ ਕੀਤੀ। ਇਸ ਵਾਰ ਭਾਜਪਾ ਪਾਰਟੀ ਨੇ ਵੀ ਇੱਕ ਬਹੁਤ ਵੱਡਾ ਇਸੇ ਤਰ੍ਹਾਂ ਦਾ ਸਿਆਸੀ ਪੱਤਾ ਖੇਡਿਆ ਸੀ ਤੇ ਦੇਸ਼ ਦੇ ਉਹ ਚੌਧੇ ਤੇ ਇੱਕ ਸਿਆਸਤਦਾਨ ਨੂੰ ਬਿਠਾਇਆ ਸੀਗਾ। ਪਰ ਮਸਲਾ ਇਹ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਕੀ ਲੋਕ ਨਾਲ ਆ ਜਾਣਗੇ, ਕੀ ਕਾਂਗਰਸ ਪਾਰਟੀ ਅੱਗੇ ਵੱਲ ਵੱਧ ਜਾਏਗੀ। ਰਾਹੁਲ ਗਾਂਧੀ ਇੱਕ ਪਾਸੇ ਮੁਹੱਬਤ ਦੀ ਦੁਕਾਨ ਖੋਲ ਕੇ ਬੈਠੇ ਆ। ਉਹ ਇਸ ਵੇਲੇ ਜੰਮੂ ਕਸ਼ਮੀਰ ਤੋਂ ਹੁੰਦੇ ਹੋਏ ਸ਼੍ਰੀਨਗਰ ਪਹੁੰਚੇ। ਉੱਥੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਮੁਹੱਬਤ ਦੀ ਦੁਕਾਨ ਖੋਲੀ ਹੈ, ਮੁਹੱਬਤ ਵੰਡਦੇ ਪਏ ਆ। ਪੂਰੇ ਭਾਰਤ ਵਿੱਚ ਉਹਨਾਂ ਨੇ ਮੁਹੱਬਤ ਵੰਡਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਪਾਰਟੀ ਸਮਝ ਨਹੀਂ ਰਹੀ। ਸਮੇਂ-ਸਮੇਂ ਤੇ ਬਹੁਤ ਸਾਰੇ ਸਵਾਲ ਵੀ ਖੜੇ ਕੀਤੇ। ਪਰ ਇਸ ਵੇਲੇ ਇਹ ਵੀ ਹੈ ਕਿ ਪੁਰਾਣੇ ਚਿਹਰੇ ਤੇ ਨਵੇਂ ਚਿਹਰੇ ਦੋਹੀ ਚੀਜ਼ਾਂ ਨਾਲ ਲੈ ਕੇ ਚੱਲਣਾ ਚਾਹੁੰਦੇ ਨੇ, ਸੰਤੁਲਨ ਰੱਖਣਾ ਚਾਹੁੰਦੇ ਨੇ। ਇਸ ਵਾਰ ਜੇਕਰ ਦੇਖਿਆ ਜਾਵੇ, ਕਪਿਲ ਸਿੱਬਲ ਤੇ ਨਾਲ ਦੀ ਨਾਲ ਗੁਲਾਮ ਨਬੀ ਆਜ਼ਾਦ, ਇਹ ਉਹ ਮਹਾਰਥੀ ਸੀਗੇ ਜਿਹੜੇ ਪਾਰਟੀ ਛੱਡ ਕੇ ਪਿੱਛੇ ਹੋ ਗਏ। ਪਰ ਉਸ ਤੋਂ ਬਾਅਦ ਕਾਂਗਰਸ ਨੇ ਬੈਕਅਪ ਕੀਤਾ। ਇੱਕ ਅਸੀਂ ਨਹੀਂ ਕਹਿੰਦੇ ਕਿ ਪਾਰਟੀ ਬਿਲਕੁਲ ਹੀ ਥੱਲੇ ਵੱਲ ਆ ਗਈ ਹੈ। ਕਾਂਗਰਸ ਨੇ ਬੈਕਅਪ ਕਰਦਿਆਂ ਉਸ ਵੇਲੇ ਪੁਰਾਣੇ ਤੇ ਨਵੇਂ ਚਿਹਰਿਆਂ ਨੂੰ ਨਾਲ ਰੱਖਣਾ ਸ਼ੁਰੂ ਕੀਤਾ। ਹੁਣ ਪੀ ਚਿਦੰਬਰਮ ਹੈ, ਪੁਰਾਣਾ ਚਿਹਰਾ ਨੇ, ਨਾਲ ਦੀ ਨਾਲ ਇਹਨਾਂ ਨੇ ਦਿਗਵਿਜੇ ਸਿੰਘ, AK ਐਂਟਨੀ ਤੇ ਹੋਰ ਵੀ ਕਈ ਜਿਹੜੇ ਲੀਡਰ ਨੇ ਉਹਨਾਂ ਨੂੰ ਨਾਲ ਰੱਖਿਆ। ਤਰੁਣ ਗੋਗੋਈ ਨਾਲ ਰੱਖਿਆ, ਅਲਕਾ ਲਾਂਬਾ ਨੂੰ ਨਾਲ ਰੱਖ ਲਿਆ, ਕਿਉਂਕਿ ਇਹਨਾਂ ਨੂੰ ਪਤਾ ਹੈ ਜੇਕਰ ਕਨ੍ਹਈਆ ਕੁਮਾਰ ਵਰਗੇ ਲੀਡਰਾਂ ਨੂੰ ਨਾਲ ਜੋੜ ਕੇ ਵਿਰੋਧ ਜਿਹੜੀ ਆਉਣ ਵਾਲੇ ਸਮੇਂ 'ਚ ਦਬਾਅ ਬਣਾਇਆ ਜਾ ਸਕਦਾ ਤੇ ਇਸੇ ਤਰ੍ਹਾਂ ਬਣਾਇਆ ਜਾ ਸਕਦਾ। ਵਿਰੋਧ ਜਿਹੜੇ ਕਰਦੇ ਪਏ ਨੇ, ਵਿਰੋਧੀ ਪਾਰਟੀਆਂ ਜਿਹੜੀਆਂ ਨੇ, ਉਹਨਾਂ ਨੂੰ ਦਬਾਉਣ ਦੇ ਲਈ ਇਹਨਾਂ ਸਾਰੇ ਸਿਆਸਤਦਾਨਾਂ ਨੂੰ ਇਕੱਠਾ ਕੀਤਾ ਜਾ ਰਿਹਾ। ਹਾਲਾਂਕਿ ਕਾਂਗਰਸ ਦੇ ਨਾਲੋਂ ਕਈ ਲੀਡਰ ਛੱਡ ਕੇ ਵੀ ਗਏ, ਚਾਹੇ ਜੋਤੀਰਾਦਿੱਤਿਆ ਸਿੰਧੀਆ ਹੋਣ, ਚਾਹੇ RN ਹੋਣ। ਇਹਨਾਂ ਸਾਰਿਆਂ ਨੇ ਰਾਹੁਲ ਗਾਂਧੀ ਦਾ ਸਾਥ ਇਸ ਕਰਕੇ ਛੱਡਿਆ ਕਿ ਸਾਡੀ ਮੰਨੀ ਨਹੀਂ ਜਾ ਰਹੀ ਸੀ। ਸਚਿਨ ਪਾਇਲਟ ਉਹ ਵੀ ਛੱਡਦੇ ਰਹਿ ਗਏ। ਪਰ ਰਾਹੁਲ ਗਾਂਧੀ ਜਿਸ ਹਿਸਾਬ ਦੇ ਨਾਲ ਹੁਣ ਸਾਰਿਆਂ ਨੂੰ ਇਕੱਠਾ ਰੱਖਣਾ ਚਾਹੁੰਦੇ ਨੇ, ਇੱਕ ਕਰਕੇ ਪੁਰਾਣੇ ਚਿਹਰਿਆਂ ਨੂੰ ਨਾਲ ਫਿਰ ਤੋਂ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੱਲਿਕਾਰਜੁਨ ਖੜਗੇ ਆਉਂਦੇ ਸਾਲਾਂ ਦੇ ਦੌਰਾਨ ਇਹ ਕੋਸ਼ਿਸ਼ ਕਰ ਰਹੇ ਨੇ ਕਿ ਪੁਰਾਣੇ ਚਿਹਰਿਆਂ ਨੂੰ ਨਾਲ ਹੀ ਰੱਖੀਏ, ਕਿਉਂਕਿ ਜੇ ਉਹ ਰੁੱਸ ਗਏ ਤਾਂ ਕਾਂਗਰਸ ਦਾ ਨੁਕਸਾਨ ਹੋ ਸਕਦਾ ਹੈ। ਪਰ ਜਿਸ ਦੌੜ ਦੇ ਵਿੱਚ ਇਸ ਵੇਲੇ ਇਹ ਲੱਗੇ ਹੋਏ ਨੇ, ਇੱਕ ਸਥਿਤੀ ਕਸੂਤੀ ਜਿਹੀ ਬਣੀ ਹੋਈ ਹੈ, ਇਹ ਸਾਰੀਆਂ ਸਿਆਸੀ ਪਾਰਟੀਆਂ ਲਈ ਬਣ ਸਕਦੀ ਹੈ। ਖੜਗੇ ਵਿਰੁੱਧ ਪਾਰਟੀ ਪ੍ਰਧਾਨ ਦੀ ਚੋਣ ਲੜਨ ਵਾਲੇ ਸ਼ਸ਼ੀ ਥਰੂਰ, ਉਹਨਾਂ ਨੂੰ ਵੀ ਸ਼ਾਮਲ ਕੀਤਾ ਪਾਰਟੀ ਨੇ ਕਮੇਟੀ ਦੇ ਵਿੱਚ। ਇਸੇ ਕਰਕੇ ਕੀਤਾ ਕਿ ਜਿਹੜੇ ਰੁੱਸਦੇ ਨੇ, ਜਿਹੜੇ ਕੱਲ੍ਹ ਨੂੰ ਬਾਗੀ ਜ਼ੋਰਾਂ ਖੜੀਆਂ ਕਰ ਸਕਦੇ ਨੇ, ਉਹਨਾਂ ਦੇ ਖਿਲਾਫ ਵੀ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਿਆ ਜਾਵੇ ਤਾਂ ਕਿ ਕਿਸੇ ਦੇ ਖਿਲਾਫ ਨਾ ਜਾਣ। ਹੁਣ ਸਚਿਨ ਪਾਇਲਟ ਤੇ ਕੁਮਾਰੀ ਸ਼ੈਲਜਾ ਵਰਗੇ ਨੌਜਵਾਨ ਆਗੂਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਵੀ ਪਾਰਟੀ ਸਵਾਗਤ ਹੀ ਕਰ ਰਹੀ ਇਹਨਾਂ ਦਾ। ਇਹਦਾ ਮਤਲਬ ਹੈ ਕਿ ਕਾਂਗਰਸ ਇੱਥੇ ਸਾਰਿਆਂ ਨੂੰ ਨਾਲ ਜੋੜ ਕੇ ਰੱਖਣਾ ਚਾਹੁੰਦੀ ਹੈ, ਇਸੇ ਕਰਕੇ ਅੱਗੇ ਵੱਲ ਵਧਣਾ ਵੀ ਚਾਹੁੰਦੇ ਆ। ਅਸੀਂ ਜਦੋਂ ਭਾਜਪਾ ਦੀ ਗੱਲ ਕਰਦੇ ਹਾਂ, ਨਾਲ ਦੀ ਨਾਲ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਗਰੰਟੀਆਂ ਦਾ ਕੰਮ ਉਹਨਾਂ ਨੇ ਵੀ ਸ਼ੁਰੂ ਕਰ ਦਿੱਤਾ। ਅੱਜ ਹੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿਸ ਹਿਸਾਬ ਦੇ ਨਾਲ ਗਰੰਟੀਆਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ, ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਪਿੱਛੇ ਨਹੀਂ ਰਹਿਣਾ ਚਾਹੁੰਦੀ। ਭਾਜਪਾ ਨੇ ਆਪਣੇ ਸਿਆਸੀ ਪੱਤੇ ਖੋਲ੍ਹੇ ਨਹੀਂ, ਪਰ ਰਾਜਸਥਾਨ ਤੋਂ ਸ਼ੁਰੂਆਤ ਕਰਦੇ ਹਾਂ। ਜਿਸ ਹਿਸਾਬ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਹੁੰਦੀ ਹੈ, ਅਮਿਤ ਸ਼ਾਹ 3 ਵਾਰ ਉੱਥੇ ਚੱਕਰ ਲਗਾਏ ਨੇ, JP ਨੱਡਾ ਉੱਥੇ 3 ਰੈਲੀਆਂ ਕਰਕੇ ਆ ਗਏ ਨੇ। ਇਹਦਾ ਮਤਲਬ ਹੈ ਇਹ ਸਾਰੇ ਸਿਆਸਤਦਾਨ ਦਬਾਅ ਬਣਾਉਣਾ ਚਾਹੁੰਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਇਹ ਦਬਾਅ ਵੱਧਦਾ ਵੀ ਦਿਖਾਈ ਦੇ ਰਿਹਾ। ਕਾਂਗਰਸ ਕਹਿੰਦੀ ਹੈ ਕਿ ਅਸੀਂ ਉੱਪਰ ਵੱਲ ਆ ਰਹੇ ਹਾਂ, ਤੇ ਉਧਰ ਭੁਪੇਸ਼ ਬਘੇਲ ਹੁਰੀ, ਉਹਨਾਂ ਤੇ ਵੀ ਅੱਜ ED ਨੇ ਕਾਰਵਾਈ ਕੀਤੀ ਹੈ। ਲੋਕ ਇਸ ਨਜ਼ਰ ਤੋਂ ਬਹੁਤ ਦੇਖਦੇ ਪਏ ਹੈ ਕਿ ਜਿੱਦਾਂ ਚੋਣਾਂ ਨਜ਼ਦੀਕ ਆ ਰਹੀਆਂ ਨੇ, ਇਹ ਕਾਰਵਾਈ ਕਿਉਂ ਤੇਜ਼ ਹੁੰਦੀ ਜਾ ਰਹੀ ਹੈ। ਭਾਈ ਸ਼ਰਾਬ ਦਾ ਘਪਲਾ
2000 ਕਰੋੜ ਰੁਪਏ ਦਾ ਘਪਲਾ ਸ਼ਰਾਬ ਦਾ, ਉਹਨੂੰ ਲੈ ਕੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੌਲੀ ਹੌਲੀ ਇਹ ਕਾਰਵਾਈ ਅੱਗੇ ਵੱਲ ਵੱਧਦੀ ਵੀ ਦਿਖਾਈ ਦੇ ਰਹੀ ਹੈ। ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਪੰਜਾਬ ਦੀ ਸਿਆਸਤ ਦੀ। ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਜਿਸ ਹਿਸਾਬ ਦੇ ਨਾਲ ਸਿਆਸਤਦਾਨ ਇੱਕ ਦੂਜੇ ਨੂੰ ਭੰਡਣ ਦਾ ਕੰਮ ਕਰ ਰਹੇ ਨੇ, ਸਿਆਸਤਦਾਨ ਇੱਕ ਦੂਜੇ ਨੂੰ ਚੈਲੰਜ ਕਰਨ ਦਾ ਕੰਮ ਕਰ ਰਹੇ ਨੇ, ਇਹ ਲੱਗਦਾ ਪਿਆ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੋਈ ਨਾ ਕੋਈ ਸਿਆਸੀ ਪਟਾਕਾ ਪੈ ਕੇ ਹਟੇਗਾ। ਸੁਨੀਲ ਜਾਖੜ ਜਦੋਂ ਕਾਂਗਰਸ ਛੱਡ ਕੇ ਭਾਜਪਾ ਜਾਂਦੇ ਨੇ ਤਾਂ ਜਾਂਦੇ ਉਹਨਾਂ ਨੂੰ ਵੱਡਾ ਅਹੁਦਾ ਮਿਲ ਗਿਆ। ਉਸ ਅਹੁਦੇ ਤੋਂ ਬਾਅਦ ਭਾਜਪਾ ਵਿੱਚ ਪੰਜਾਬ 'ਚ ਫੁੱਟ ਜਿਹੀ ਪੈ ਗਈ। ਖਬਰਾਂ ਬਾਹਰ ਆ ਨਹੀਂ ਰਹੀਆਂ ਅਜੇ, ਅੰਦਰ ਖਾਤੇ ਬਹੁਤ ਕੁਝ ਹੋ ਰਿਹਾ ਕਹਿੰਦੇ। ਜੇ ਵਾਕਈ ਸੱਚ ਹੈਗਾ ਤਾਂ ਕੀ ਭਾਜਪਾ ਲਈ ਮੁਸ਼ਕਲ ਪੈਦਾ ਹੋ ਸਕਦੀ ਹੈ? ਜਿਹੜੀ ਭਾਜਪਾ ਪੰਜਾਬ ਦੇ ਵਿੱਚ ਪੈਰ ਜਮਾਉਣਾ ਸ਼ੁਰੂ ਕਰ ਚੁੱਕੀ ਹੈ, ਕਰਨਾ ਚਾਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਕਈ ਲੀਡਰਾਂ ਨੂੰ ਵੀ ਨਾਲ ਰੱਖਣਾ ਚਾਹੁੰਦੀ ਹੈ, ਉਹ ਭਾਜਪਾ ਇਸ ਵੇਲੇ ਥਿੜਕਦੀ ਪਈ ਹੈ ਕਿ ਬਹੁਤ ਵੱਡਾ ਸਵਾਲ ਹੈ। ਪਰ ਇੱਥੇ ਜਿਸ ਹਿਸਾਬ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਗੱਲ ਕਹਿ ਰਹੇ ਹੈ ਸੁਨੀਲ ਜਾਖੜ ਨੂੰ ਲੈ ਕੇ, ਚੋਣ ਲੜਨ ਜਾਖੜ ਸਾਹਿਬ ਫਿਰੋਜ਼ਪੁਰ ਵਾਲੇ ਪਾਸੇ ਆ ਜਾਓ, ਮੈਂ ਤਿਆਰ ਹਾਂ। ਫਿਰ ਇਹ ਕਹਿੰਦੇ ਪਏ ਜਿੱਥੋਂ ਜਾਖੜ ਸਾਹਿਬ ਚੋਣ ਲੜਨਗੇ ਮੈਂ ਤਿਆਰ ਹਾਂ ਇੱਕ ਵਾਰ ਲੜਨ ਚੋਣ। ਹੁਣ ਇਹਦਾ ਮਤਲਬ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੇ ਤੌਰ ਤੇ ਗੱਲ ਕੱਢ ਕੇ ਰੱਖ ਦਿੱਤੀ ਹੈ ਕਿ ਮੈਂ ਭਾਈ ਚੋਣ ਤਾਂ ਲੜਾਂਗਾ। ਸੁਨੀਲ ਜਾਖੜ ਸਾਹਿਬ ਨੂੰ ਖੁੱਲਾ ਚੈਲੰਜ ਹੈ। ਚੈਲੰਜ ਮੰਨਦੇ ਆ ਕਿ ਨਹੀਂ ਮੰਨਦੇ ਇਹ ਸਾਨੂੰ ਨਹੀਂ ਪਤਾ। ਜਦੋਂ ਇੱਕੋ ਪਾਰਟੀ ਦੇ ਵਿੱਚ ਹੁੰਦੇ ਸੀ ਉਦੋਂ ਵੀ ਇੱਕ ਦੂਜੇ ਦੀ ਮੰਨਦੇ ਸੀ ਜਾਂ ਨਹੀਂ, ਸਾਨੂੰ ਇਹਦਾ ਵੀ ਨਹੀਂ ਪਤਾ। ਪਰ ਸਿਆਸਤ ਦੇ ਵਿੱਚ ਜੋ ਕੁਛ ਇਸ ਵੇਲੇ ਹੋ ਰਿਹਾ, ਪੰਜਾਬ ਦੇ ਮੁੱਦਿਆਂ ਦੀ ਗੱਲ ਅਸੀਂ ਪਹਿਲਾਂ ਵੀ ਕਰਦੇ, ਜ਼ਿਕਰ ਨਹੀਂ ਹੁੰਦਾ, ਚੈਲੰਜ ਕੀਤੇ ਜਾ ਰਹੇ ਨੇ। ਪ੍ਰਾਈਮ ਏਸ਼ੀਆ ਟੀਵੀ ਦੇ ਪੱਤਰਕਾਰ ਨੇ ਨੰਦਪ੍ਰੀਤ, ਉਹਨਾਂ ਨੇ ਰਾਜਾ ਵੜਿੰਗ ਦੇ ਨਾਲ ਗੱਲਬਾਤ ਕੀਤੀ ਹੈ। ਇਹ ਚੈਲੰਜ ਕਰਦਿਆਂ ਹੋਰ ਕਿਹੜੀਆਂ ਗੱਲਾਂ ਕਹੀਆਂ, ਪਹਿਲਾਂ ਇੱਕ ਨਜ਼ਰ ਉਧਰ ਵੀ ਮਾਰਦੇ ਹਾਂ। ਜਾਖੜ ਸਾਹਿਬ ਨੂੰ ਕਹਿੰਦਾ ਲੈਟਸ ਸੀ, ਹੁਣ ਇੱਥੋਂ ਤਜਰਬਾ, ਸਭ ਤੋਂ ਵੱਡਾ ਲੀਡਰ ਜਾਖੜ ਸਾਹਿਬ ਸੀ ਪਾਰਟੀ 'ਚ, ਚੰਗੇ ਵੱਡੇ ਲੀਡਰਾਂ 'ਚੋਂ ਆਉਂਦੇ ਸੀ, ਪਾਰਟੀ ਦੇ ਪ੍ਰਧਾਨ ਰਹੇ, CLP ਰਹੇ। ਹਾਰਨ ਤੋਂ ਬਾਅਦ ਹਾਲਾਂਕਿ ਜਦੋਂ ਸਾਰਾ ਪੰਜਾਬ ਜਿੱਤ ਗਿਆ ਉਦੋਂ ਜਾਖੜ ਸਾਹਿਬ ਆਪਦੇ ਇੱਕ ਆਮ ਬੰਦੇ ਤੋਂ, ਸਕੂਟਰ ਵਾਲੇ ਵਿਚਾਰੇ ਸ਼ਰੀਫ ਆਦਮੀ ਤੋਂ ਹਾਰ ਗਏ, ਨਾਰੰਗ ਸਾਹਿਬ ਤੋਂ, ਚੰਗਾ ਬੰਦਾ। ਜਾਖੜ ਸਾਹਿਬ ਨੂੰ ਹੁਣ ਅਸੀਂ ਮੁੰਡੇ ਨੂੰ ਸਸਪੈਂਡ ਕਰਤਾ, ਸੰਦੀਪ ਜੀ ਨੂੰ। ਕੀ ਕਹਿੰਦੇ ਜਾਖੜ ਸਾਹਿਬ ਨੂੰ? ਭਜਨ ਲਾਲ ਜੀ ਦੇ ਜਿਹੜੇ ਸੁਪੁੱਤਰ ਸੀ ਕੁਲਦੀਪ ਬਿਸ਼ਨੋਈ ਜੀ, ਉਹਨਾਂ ਨੇ ਪਾਰਟੀ ਜੁਆਇਨ ਕਰ ਲਈ, ਪਰ ਉਹ ਇਸ ਪਾਰਟੀ 'ਚੋਂ MLA ਬਣੇ ਸੀ। ਉਹਨਾਂ ਨੇ ਅਸਤੀਫਾ ਵੀ ਦਿੱਤਾ ਵੀ ਮੈਂ ਤੁਹਾਡੇ ਚੋਣ ਨਿਸ਼ਾਨ ਤੇ MLA ਬਣਿਆ ਸੀ, ਜਾਂ ਮੇਰੇ 'ਚ ਦਮ ਹੈ, ਆ ਲਓ ਤੁਹਾਡਾ ਅਸਤੀਫਾ, ਮੈਂ ਚੁਣਾਵ ਲੜਾਂਗਾ। ਤੇ ਚੁਣਾਵ ਲੜੇ ਤੇ ਉਹਨਾਂ ਨੇ ਆਪਦੇ ਬੇਟੇ ਨੂੰ ਟਿਕਟ ਦੇ ਕੇ ਜਿਤਾ ਲਿਆ। ਹੁਣ ਇੱਥੇ ਮੈਂ ਕਹਾਂਗਾ ਕਾਂਗਰਸ ਪਾਰਟੀ ਮਜ਼ਬੂਤ ਹੈ, ਇਹ ਚੰਗਾ ਹੋ ਗਿਆ ਚਲਾ ਗਿਆ, ਕਿੱਦਾਂ ਪਤਾ ਲੱਗੇਗਾ? ਇਹਦਾ ਟੈਸਟ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਜਾਖੜ ਸਾਹਿਬ ਕਹਿਣਗੇ ਕਿ ਸਾਰੇ ਮੇਰੇ ਟੱਚ 'ਚ ਮੈਂ ਤਾਂ ਖਤਮ ਕਰ ਦਿਆਂਗਾ। ਇਹਦਾ ਹੁਣ ਗੱਲ ਦਾ ਰਿਜ਼ਲਟ ਕਿਤੋਂ ਪਤਾ ਲੱਗਾ? ਅਸੀਂ ਇਸੇ ਕਰਕੇ ਕਹਿੰਦੇ ਹਾਂ ਲੈਟਸ ਸੀ, ਸਾਨੂੰ ਵੀ ਪਤਾ ਲੱਗ ਜੇ ਅਸੀਂ ਕਿੱਥੇ ਖੜੇ ਹਾਂ। ਕਿ ਹਬੋਹਰ ਦੇ ਵਿੱਚ ਅਸੀਂ ਪਾਰਟੀ ਨੂੰ ਸਸਪੈਂਡ ਕਰਤਾ, ਉਹ ਅਸਤੀਫਾ ਦੇ ਕੇ ਦੁਬਾਰੇ ਬਾਈ ਇਲੈਕਸ਼ਨ ਲੜਨ। ਕੀ ਲੜਨ? ਬਾਈ ਇਲੈਕਸ਼ਨ। ਪਤਾ ਲੱਗ ਜੇ ਕਿ ਦਮ ਕਿੰਨਾ ਕੁ ਹੈ, ਤੇ ਸਾਨੂੰ ਵੀ ਪਤਾ ਲੱਗ ਜੂ ਵੀ ਅਸੀਂ ਚੌਥੇ ਨੰਬਰ ਤੇ ਹਾਂ, ਤੀਜੇ ਤੇ ਹਾਂ, ਦੂਜੇ ਤੇ ਕਿ ਪਹਿਲੇ ਤੇ ਹਾਂ। ਤੇ ਉਹਨਾਂ ਨੂੰ ਪਤਾ ਲੱਗ ਜੂ ਵੀ ਜੇ ਦੁਬਾਰੇ ਜਿੱਤ ਜਾਂਦੇ ਹੈ ਤਾਂ ਫਿਰ ਬਹੁਤ ਮਜ਼ਬੂਤ ਹੈ। ਫਿਰ ਇਹਦਾ ਮਤਲਬ ਸਾਨੂੰ ਪਤਾ ਲੱਗ ਜੂ। ਤੇ ਜੇ ਉਹ ਲੜ ਹੀ ਨਹੀਂ ਰਹੇ ਡਰ ਦੇ ਮਾਰੇ, ਤੁਹਾਨੂੰ ਪਤਾ ਜਾਖੜ ਸਾਹਿਬ ਦਾ ਕੀ ਬਿਆਨ ਹੈ? ਕਹਿੰਦੇ ਮੈਂ ਕਿਤੋਂ ਚੁਣਾਵ ਨਹੀਂ ਲੜਾਂ। ਕਿਉਂ ਬਈ? ਲੜਾਉਣਗੇ ਸਾਰਿਆਂ ਨੂੰ। ਨਹੀਂ, ਕਿਉਂ ਨਹੀਂ ਲੜਨਗੇ? ਇਹਦਾ ਮਤਲਬ ਤੁਸੀਂ ਜਿੱਤ ਨਹੀਂ ਸਕਦੇ, ਇਸ ਕਰਕੇ ਨਹੀਂ ਲੜੋਗੇ। ਲੋ ਤੁਹਾਨੂੰ ਚੈਲੰਜ ਹੈ ਜਾਖੜ ਸਾਹਿਬ, ਲੜੋ, ਜਿੱਥੋਂ ਜਿੱਤ ਕੇ ਦਿਖਾਓ। ਨਾਟ ਇਵਨ ਅ ਸਿੰਗਲ ਸੀਟ ਜਾਖੜ ਸਾਹਿਬ ਜਿੱਤ ਹੀ ਨਹੀਂ ਸਕਦੇ। ਜਾਖੜ ਸਾਹਿਬ ਫਿਰੋਜ਼ਪੁਰ ਚੋਂ ਇੰਨੇ ਵਾਰੀ ਲੜੇ, ਹਾਰ ਗਏ। ਜਾਖੜ ਸਾਹਿਬ ਕੇਵਲ 69 ਸਾਲਾਂ ਦੀ ਉਮਰ 'ਚ ਕੇਵਲ 3 ਵਾਰੀ MLA ਬਣੇ ਹੈ, ਇੱਕ ਵਾਰੀ ਬਾਈ ਇਲੈਕਸ਼ਨ ਪਾਰਲੀਮੈਂਟ ਬਣੇ, ਬਸ ਖਤਮ। ਸੋ ਕਈ ਪਾਰਟੀ, ਕਾਂਗਰਸ ਪਾਰਟੀ ਨੇ ਕੁਝ ਲੋਕਾਂ ਨੂੰ, ਹੁਣ ਕਿੱਥੇ ਨੇ ਗੁਲਾਮ ਨਬੀ ਆਜ਼ਾਦ ਸਾਹਿਬ, ਐਡਾ ਵੱਡਾ ਲੀਡਰ। ਕੋਈ ਗੁਲਾਮ ਨਬੀ ਆਜ਼ਾਦ 70 ਸਾਲਾਂ 'ਚ ਕਦੇ ਬਿਨਾਂ ਪਾਵਰ ਤੋਂ ਨਹੀਂ ਬੰਦਾ ਰਿਹਾ, ਕਦੇ ਵਿਦਆਊਟ ਰਾਜ ਸਭਾ ਆਪੋਜੀਸ਼ਨ, ਰਾਜ ਸਭਾ ਲੀਡਰ ਕਦੇ ਨਹੀਂ ਰਿਹਾ। ਲਾਤਾ ਕੈਪਟਨ ਅਮਰਿੰਦਰ ਸਿੰਘ ਲੜਨ ਪਟਿਆਲਾ ਦੁਬਾਰਾ, ਲੜਨ ਪਟਿਆਲਾ ਦੁਬਾਰਾ। ਮੇਰੇ ਕਹਿਣ ਦਾ ਮਤਲਬ ਕਾਂਗਰਸ ਪਾਰਟੀ ਜਿਹੜੀ ਕਮਜ਼ੋਰ ਹੋਈ ਹੈ ਉਹ ਇਸੇ ਕਰਕੇ ਹੁੰਦੀ ਰਹੀ ਕਿ ਇਹਨਾਂ ਲੋਕਾਂ ਨੂੰ ਅਸੀਂ ਠੇਕੇ ਤੇ ਦੇਤੇ ਹਲਕੇ 70 ਸਾਲਾਂ ਵਾਸਤੇ। ਇਹਨਾਂ ਤੋਂ ਲੋਕ ਦੁਖੀ ਹੈ, ਜਾਣ ਤਾਂ ਜਾਣ ਕਿੱਥੇ। ਧਰਨੇ ਦੇ ਵਿੱਚ ਇਹ ਵੀ ਗੱਲ ਹੋਈ ਕਿ ਮਨਪ੍ਰੀਤ ਬਾਦਲ ਸਾਹਿਬ, ਉਹਨੂੰ ਤੁਸੀਂ ਇੱਕ ਤਰੀਕੇ ਦੇ ਨਾਲ ਉਹਨੂੰ ਤੁਸੀਂ ਕਿਹਾ ਕਿ ਉਹਨਾਂ ਨੂੰ ਬਾਹਰੋਂ ਜਿਹੜੇ ਆਉਂਦੇ ਨੇ ਉਹਨਾਂ ਨੂੰ ਕੁਰਸੀਆਂ ਨਵਾਜ਼ ਦਿੰਦੇ ਹੋ, ਇਹ ਕਲਚਰ ਖਤਮ ਕਰਨਾ ਪਏਗਾ। ਉਹਨਾਂ ਦੇ ਉੱਤੇ ਵਿਜੀਲੈਂਸ ਜਾਂਚ ਵੀ ਚੱਲ ਰਹੀ ਹੈ। ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਸਿਆਸੀ ਸ਼ਰੀਕ ਨੇ, ਕਿ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਦੇ? ਦੇਖੋ, ਮੈਂ ਇਸ ਗੱਲ ਨਾਲ ਤਾਂ ਬਾਜਵਾ ਸਾਹਿਬ ਦੀ ਸਹਿਮਤ ਹਾਂ। ਦੇਖੋ, ਰਾਜਾ ਵੜਿੰਗ ਤਾਂ ਮੰਤਰੀ ਨਹੀਂ ਬਣਿਆ,
ਜਿਹੜੇ ਬੰਦੇ ਨੂੰ ਮੰਤਰੀ ਬਣਾਇਆ ਉਹ ਆਏ, ਤੁਸੀਂ ਵੇਖਿਆ ਕੱਦ ਕੁੱਦ ਚੰਗਾ ਹੈ, ਸ਼ੇਰ ਔਰ ਸ਼ਾਇਰੀ ਚੰਗੀ ਹੈ, ਖਿਤਾਬ ਇੱਕ ਅੰਗੂਠਾ ਹੱਥ 'ਚ ਹੁੰਦਾ ਹੈ। 64,000 ਵੋਟਾਂ ਦੇ ਫਰਕ ਨਾਲ ਉਹ ਹਾਰ ਗਏ ਨੇ। ਮੈਂ ਕੋਈ ਉਹਨਾਂ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਬਾਰੇ, ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਐਡੀ ਜਲਦੀ ਹੌਲੀ ਹੌਲੀ ਉਹਦਾ ਟੈਸਟ ਲੈਣਾ ਚਾਹੀਦਾ, ਫਿਰ ਪਾਰਟੀ ਨੂੰ ਗਾਂ ਫੋਰਮ ਤੇ ਲੈ ਕੇ ਆਉਣਾ ਚਾਹੀਦਾ। ਕਿਤੇ ਵੀ ਤੁਸੀਂ ਦੇਖੋ ਆ ਨਤੀਜਾ ਬੀਜੇਪੀ ਨੂੰ ਭੁਗਤਣਾ ਪੈਣਾ ਹੈ। ਬੀਜੇਪੀ ਨੇ ਠੀਕ ਹੈ, ਕਿਉਂਕਿ ਜਾਖੜ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਮੈਂ ਕਾਂਗਰਸ ਪਾਰਟੀ ਦੇ ਕਿੱਲ ਗੱਡੂਗਾ, ਅਖੀਰਲਾ ਮੈਂ ਚਲਾਉਂਗਾ ਮੁਹਿੰਮ, ਪਰ ਮੈਨੂੰ ਤੁਸੀਂ ਰਾਜ ਸਭਾ 'ਚ ਲੈ ਕੇ ਮੰਤਰੀ ਬਣਾਉਣਾ ਹੈ ਜਾਂ ਪ੍ਰਧਾਨ ਬਣਾਉਣਾ ਹੈ। ਨਹੀਂ ਤਾਂ ਬੀਜੇਪੀ ਨੇ ਇਹ ਕਦੇ ਨਹੀਂ ਕੀਤਾ, ਪ੍ਰਧਾਨ ਨਹੀਂ ਬਣਾਇਆ, ਪ੍ਰਧਾਨ ਬਣਾਤਾ। ਉਸੇ ਵਾਅਦੇ ਦੇ ਪਹਿਲਾਂ ਜਿਹੜਾ ਇਲੈਕਸ਼ਨਾਂ ਵੇਲੇ ਕੀਤਾ ਸੀਗਾ, ਜਦੋਂ ਜਾਖੜ ਸਾਹਿਬ ਨੇ ਕਿਹਾ ਹਿੰਦੂਆਂ ਦੇ ਖਿਲਾਫ ਤੇ ਫਲਾਂ ਫਲਾਂ ਫਲਾਂ, ਤੁਸੀਂ ਦੇਖ ਲਿਓ ਜੋ ਇੰਟਰਨਲੀ ਇੰਨਾ ਰਿਵੋਲਟ ਹੈ, ਅੰਦਰ ਇੰਨਾ ਰਿਵੋਲਟ ਹੈ ਬੀਜੇਪੀ ਦਾ। ਤੁਹਾਨੂੰ ਕੀ ਪਤਾ ਹੈ ਕਿ ਕੋਈ ਬੀਜੇਪੀ ਦਾ ਟੌਪ ਬਰਾਸ ਲੀਡਰ ਨਹੀਂ ਹੈ ਪੰਜਾਬ ਦਾ ਜਿਹੜਾ ਗੱਲਬਾਤ ਨਹੀਂ ਹੁੰਦੀ, ਕੋਈ ਵੀ। ਹਰ ਵਿਅਕਤੀ ਨਾਲ ਕਿਤੇ ਨਾ ਕਿਤੇ ਜਿੱਥੇ ਵੀ ਮਿਲੇ ਆ, ਉਹ ਕਹਿੰਦੇ ਯਾਰ ਮਾਰਤਾ ਸਾਨੂੰ ਸਾਡੀ ਪਾਰਟੀ ਨੇ, ਮਾਰਤਾ ਸਾਨੂੰ ਪਾਰਟੀ ਨੇ। ਕਿਉਂਕਿ ਜਿਹੜੇ ਜਾਣਦੇ ਨਹੀਂ ਸੀ, ਜਿਨ੍ਹਾਂ ਨੇ ਖਾਕੀ ਨਿਖਰਾ ਪਾ ਕੇ ਲਾ ਕੇ ਸ਼ਾਖਾਵਾਂ ਲਾਈਆਂ, ਉਹਨਾਂ ਦੇ ਉੱਤੇ ਲਿਆ ਕੇ ਬਿਠਾਤਾ। ਮਫਰਲ ਵੀ ਦੇਖਿਆ ਹੋਣਾ, ਇਦੋਂ ਪਹਿਲਾਂ ਵਾਲੇ 'ਚ ਮਫਰਲ ਨਹੀਂ ਪਾਉਂਦੇ, ਕਿਉਂ ਹਜੇ ਤੱਕ ਕਿ ਜਿਹੜਾ ਬੰਦਾ ਆਈ ਡੋਂਟ ਨੋ। ਸੋ ਇਹਦਾ ਰਿਵੋਲਟ ਚੱਲਣਾ ਪੈਂਦਾ। ਤੁਸੀਂ ਪਿੰਡਾਂ 'ਚ ਵੀ, ਮੇਰੀ ਇਹ ਗੱਲ ਹੈ, ਕਈ ਵਾਰੀ ਮੈਂ ਪਿੰਡਾਂ 'ਚ ਅੱਧੇ ਪਿੰਡ ਨੂੰ ਜੁਆਇਨ ਕਰ ਲਾ ਲੈਂਦਾ ਸੀ। 3-4 ਐਸੇ ਪਿੰਡ ਸੀ ਸਾਡੇ ਜਿੱਥੇ ਮੈਂ ਬਹੁਤ ਬੰਦੇ ਜੁਆਇਨ ਕਰਾਏ। ਇਸ ਇਲੈਕਸ਼ਨ ਨਹੀਂ, ਪਿਛਲੇ ਇਲੈਕਸ਼ਨ, ਇਸ ਇਲੈਕਸ਼ਨ ਤਾਂ ਮੈਂ ਬਹੁਤ ਘੱਟ ਜੁਆਇਨ ਕਰਾਏ। ਸੋ ਮੈਨੂੰ ਲੱਗਦਾ ਸੀ ਇਸ ਪਿੰਡ 'ਚੋਂ ਸਫਾਇਆ ਹੋ ਗਿਆ ਵੀ ਮੈਂ ਹੀ ਇੱਥੇ ਤਾਂ ਉਡਾਤੇ। ਉਸ ਪਿੰਡ 'ਚੋਂ ਕਾਂਗਰਸ ਦੀ ਵੋਟ ਵੱਧ, ਅਕਾਲੀ ਦਲ ਦੀ ਵੋਟ ਵੱਧ ਜਾਂਦੀ ਸੀ। ਰੀਜ਼ਨ ਬੀਇੰਗ ਦੂਜੇ ਬੰਦੇ ਪਿੱਛੇ ਅਗਲਾ ਕਹਿੰਦਾ ਯਾਰ ਇਹਨਾਂ ਤੋਂ ਲੈ ਲਾ, ਜਿਹੜੇ ਤੂੰ ਨਵੇਂ ਲਿਆਇਆ ਨਾ ਇਹਨਾਂ ਤੋਂ ਲੈ ਲਾ, ਕੋਈ ਨਹੀਂ। ਸੋ ਬਿਲਕੁਲ ਇਹ ਗੱਲ ਸਹੀ ਹੈ ਕਿ ਟੈਸਟ ਤਾਂ ਹੋਣਾ ਚਾਹੀਦਾ ਹੈ, ਔਰ ਲੰਮਾ ਟੈਸਟ ਹੋਵੇ ਬੰਦੇ ਦੀ ਵਫਾਦਾਰੀ ਐਂਡ ਕਿਸ ਪ੍ਰਕਾਰ ਦੀ ਉਹਦੀ ਫਿਦਰਤ ਹੈ ਪੂਰਾ। ਉਦੋਂ ਬਾਅਦ ਦੀ ਉਹਨੂੰ ਲਾਈਮਲਾਈਟ 'ਚ, ਉਹਨੂੰ ਮੇਨ ਸਟ੍ਰੀਮ ਪੋਸਟ ਤੇ ਲੈ ਕੇ ਆਉਣਾ ਚਾਹੀਦਾ। ਆਖਰੀ ਮੇਰਾ ਸਵਾਲ ਹੈ, ਛੋਟਾ ਜਿਹਾ ਸਵਾਲ ਹੈ, ਉਹ ਸਿੱਧਾ ਜਿਹਾ ਇਹੀ ਹੈ ਕਿ ਕੱਲ ਤੁਸੀਂ ਕਿਹਾ ਕਿ ਸੰਦੀਪ ਜਾਖੜ ਸਾਹਿਬ ਜ਼ਿਮਨੀ ਚੋਣ ਦੁਬਾਰਾ ਲੜਨ, ਰਾਜਾ ਵੜਿੰਗ ਉਹਨਾਂ ਦੇ ਮੁਕਾਬਲੇ 'ਚ ਲੜੂਗਾ। ਸੰਦੀਪ ਜਾਖੜ ਦੇ ਨਹੀਂ, ਸੁਨੀਲ ਜਾਖੜ ਜੀ ਦੇ ਲੋੜ ਪਈ ਤਾਂ ਉੱਚੇ ਬੋਲਣਾ ਬੋਲੀਏ, ਕਰਤਾਰੋਂ ਗੁਰਦਾਸਪੁਰ ਉਹ ਜੇ ਲੜਦੇ ਨੇ, ਕਿਤੇ ਵੀ ਲੜ ਲੈਣੇ ਆ। ਜੇ ਮੈਂ ਕੋਈ ਗੁਰਦਾਸਪੁਰ ਦਾ ਤਾਂ ਗੁਰਦਾਸਪੁਰ ਵਾਲੇ ਬੈਠੇ ਨੇ, ਮਤਲਬ ਫਿਰੋਜ਼ਪੁਰ ਪਾਰਲੀਮੈਂਟ ਪਈ ਹੈ, ਲੜ ਲੈਣ ਜਾਖੜ ਸਾਹਿਬ। ਕਹਿਣਗੇ ਜੇ ਜਾਖੜ ਸਾਹਿਬ ਜੇ ਮਾਰਨਗੇ ਥਾਪੀ ਤਾਂ ਇਹ ਨਮਾਣਾ ਨਤਾਣਾ ਵੀ ਫਿਰ ਵੀ ਖੜ ਜਾਏਗਾ ਉਹਨਾਂ ਦੇ ਮੁਕਾਬਲੇ। ਕੀ ਹੋਏਗਾ ਦੇਖੀ ਜਾਏਗੀ। ਮੈਂ ਇਹ ਨਹੀਂ ਕਹਿੰਦਾ, ਪਰ ਮੈਂ ਇਹ ਗੱਲ ਮੈਨੂੰ ਇਸ ਕਰਕੇ ਕਹਿਣੀ ਪਈ, ਇਹਦੇ 'ਚ ਵੀ ਹੰਕਾਰ ਜਾਂ ਨਜ਼ਰ ਆਉਂਦਾ ਹੈ। ਮੈਂ ਹੰਕਾਰ ਹੋ ਕੇ ਨਹੀਂ ਕਹਿੰਦਾ, ਪਰ ਮੈਂ कहना भी वो कहेंगे सोफड़ा साफ हो गया, अब तो बड़िंग ही रह जाएगा। ये गल ना करो, कदे कदे पग दी गल भी ये नकली है फलां है। मेरे बहुत सत्कारयोग ने जाखड़ साहब, आ भी गल मैनू कहंदे नूं आपदे आप नूं महसूस हुंदा है कि यार किते ना किते रब नूं ये गल किते चंगी ना लगे, किते इहो जी गल ना मैं कह दियां। पर हाँ कई बारी फिर जे जाखड़ साहब कहेंगे भी आ भी बड़िंग आ भी मैं लड़ता हूँ फिरोजपुर से चुनाव पार्लियामेंट, तो लड़ मेरे सामने, फिर मैनू मेरा लीडर रहा है, गल मननी तो पऊगी। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲਬਾਤ ਨੂੰ ਤੁਸੀਂ ਸੁਣਿਆ, ਪਰ ਇੱਕ ਚੀਜ਼ ਇੱਥੇ ਧਿਆਨ ਮੰਗਦੀ ਹੈ। 2 ਵਾਰ ਜਦੋਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਕਿ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਕੌਣ ਲੜਨਗੇ, ਤਾਂ ਉਹਨਾਂ ਦਾ ਸਿੱਧਾ ਹੀ ਜਵਾਬ ਸੀ ਪਤਾ ਨਹੀਂ, ਜੋ ਪਾਰਟੀ ਕਹੇਗੀ। ਪਰ ਅੰਦਰ ਖਾਤੇ ਖਬਰਾਂ ਆ ਰਹੀਆਂ ਨੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਨੂੰ ਉੱਥੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ। ਜੇਕਰ ਵੜਿੰਗ ਸਾਹਿਬ ਫਿਰੋਜ਼ਪੁਰ ਤੋਂ ਚੋਣ ਲੜਦੇ ਨੇ ਜਾਂ ਜਿੱਥੋਂ ਸੁਨੀਲ ਜਾਖੜ ਖੜੇ ਹੁੰਦੇ ਨੇ ਉੱਥੋਂ ਚੋਣ ਲੜਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ ਕਿੱਥੋਂ ਲੜਦੇ ਨੇ। ਪਰ ਇੰਨਾ ਜ਼ਰੂਰ ਹੈ ਕਿ ਜਿਸ ਹਿਸਾਬ ਦੇ ਨਾਲ ਇਸ ਵੇਲੇ ਉਹਨਾਂ ਨੇ ਸਿੱਧੇ ਤੌਰ ਤੇ ਸੁਨੀਲ ਜਾਖੜ ਨੂੰ ਚੈਲੰਜ ਕਰਕੇ ਰੱਖ ਦਿੱਤਾ, ਤੇ ਇਹ ਪਾਰਟੀ ਕੀ ਡਿਸਾਈਡ ਕਰੇਗੀ ਕਿ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਵੜਿੰਗ ਸਾਹਿਬ ਇਸ ਵੇਲੇ ਸਿਆਸਤ ਵਿੱਚ ਇੱਕ ਵਾਰ ਫਿਰ ਤੋਂ ਜ਼ਿਆਦਾ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਜੋ ਚਾਹੀਦਾ ਵੀ ਹੈ, ਕਿਉਂਕਿ ਸਿਆਸਤਦਾਨ ਜੇ ਸਿਆਸਤ ਨਾ ਕਰਨਗੇ ਤਾਂ ਕੀ ਕਰਨਗੇ। ਅੱਗੇ ਵੱਧਦੇ ਹਾਂ, ਗੱਲ ਕਰਨੀ ਹੈ ਪੰਜਾਬ ਯੂਨੀਵਰਸਿਟੀ ਦੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਉਂਦੀ ਹੈ। ਉਸ ਖਬਰ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਪਹਿਲੀ ਗੱਲ ਤਾਂ ਇਹੀ ਹੈ ਕਿ ਜਿੱਥੇ ਸਿੱਖਿਅਕ ਅਦਾਰੇ ਨੇ ਉੱਥੇ ਇਸ ਤਰ੍ਹਾਂ ਦੀਆਂ ਲੜਾਈ ਝਗੜੇ ਦੀਆਂ ਖਬਰਾਂ ਸ਼ੋਭਾ ਨਹੀਂ ਦਿੰਦੀਆਂ। ਘਰਾਂ 'ਚੋਂ ਬੱਚੇ ਪੜ੍ਹਨ ਜਾਂਦੇ ਨੇ, ਪੜ੍ਹ ਕੇ ਆਉਣ ਤਾਂ ਠੀਕ ਹੈ, ਪਰ ਉੱਥੇ ਪ੍ਰਧਾਨਗੀ ਦੇ ਚੱਕਰ ਦੇ ਵਿੱਚ ਕਦੀ ਕਿਸੇ ਦੀ ਲੜਾਈ ਦੇ ਵਿੱਚ ਜਦੋਂ ਝਗੜਾ ਵੱਜ ਜਾਂਦਾ, ਕਿਰਪਾਨਾਂ ਚੱਲਦੀਆਂ ਨੇ, ਸ਼ਰੇਆਮ ਧੱਕਾ ਮੁੱਕੀ ਚੱਲਦੀ ਹੈ, ਕੁੱਟ ਕਟਾਪਾ ਹੁੰਦਾ, ਤਾਂ ਉਸ ਵੇਲੇ ਫਿਰ ਕੀ ਕੀਤਾ ਜਾਵੇ।
ਤਰਾਸਦੀ ਹੈ ਇਹ ਪੰਜਾਬ ਦੀ ਵੈਸੇ ਕਿ ਵਿਦਿਅਕ ਅਦਾਰਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਲੜਾਈਆਂ ਹੁੰਦੀਆਂ। ਹੁਣ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਲਾਅ ਦੀ ਪੜ੍ਹਾਈ ਕੀਤੀ ਜਾ ਰਹੀ ਸੀ ਬੱਚੇ ਵੱਲੋਂ, ਉਹਨੇ ਦੋਸ਼ ਲਗਾਇਆ, ਉਸ ਬੰਦੇ ਨੇ ਦੋਸ਼ ਲਗਾਇਆ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਤੇ। ਉਹਨਾਂ ਨੇ ਕਿਹਾ ਕਿ ਰੰਧਾਵਾ ਸਾਹਿਬ ਦੇ ਸਪੁੱਤਰ ਨੇ ਹਮਲਾ ਕੀਤਾ ਜੀ, ਨਾਲ ਉਹਦੇ ਗਨਮੈਨ ਸੀਗੇ। ਨਸ਼ੇ ਦੀ ਗੱਲ ਵੀ ਕਹੀ ਹੈ, ਹਾਲਾਂਕਿ ਇਹਦੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਜਾ ਸਕਦੀ, ਪਰ ਜੇ ਗੱਲ ਕਹੀ ਹੈ ਪਤਾ ਕਿੱਦਾਂ ਲੱਗਿਆ ਨਸ਼ਾ ਕੀਤਾ ਸੀ, ਚਲੋ ਹੋ ਸਕਦਾ ਉਹਨੇ ਕਹਿ ਦਿੱਤਾ ਹੋਵੇ, ਕੀਤਾ ਵੀ ਹੋਵੇ, ਸਾਨੂੰ ਨਹੀਂ ਪਤਾ। ਪਰ ਜੇ ਇਹ ਰੌਲਾ ਪਿਆ ਇਸ ਮਸਲੇ ਨੂੰ ਲੈ ਕੇ ਯੂਨੀਵਰਸਿਟੀ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ, ਪਰ ਇਹ ਗੱਲ ਵੱਧਦੀ ਅੱਗੇ ਵੱਲ ਵੱਧਦੀ ਦਿਖਾਈ ਦੇ ਰਹੀ ਹੈ, ਕਿਉਂਕਿ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਦੇ ਪਰਿਵਾਰ ਦਾ ਨਾਮ ਆਇਆ, ਸਪੁੱਤਰ ਦਾ ਨਾਮ ਆਇਆ, ਪਰ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਹੁਣ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੀਆਂ ਗੱਲਾਂ ਕਹੀਆਂ, ਪਹਿਲਾਂ ਇੱਕ ਨਜ਼ਰ ਉਧਰ ਮਾਰਦੇ ਹਾਂ, ਫਿਰ ਦੇਖਦੇ ਹਾਂ ਅਗਲੀ ਗੱਲਬਾਤ। ਪਿਛਲੇ ਕੱਲ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਜਿਨ੍ਹਾਂ ਨੂੰ ਸਿਕਿਉਰਿਟੀ ਕਵਰ ਵੀ ਮਿਲਿਆ ਹੋਇਆ, ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਇੱਕ ਸਟੂਡੈਂਟ ਨਾਲ ਉਹਨਾਂ ਦੇ ਪਰਿਵਾਰ ਨੇ ਨਾ ਸਿਰਫ ਗੁੰਡਾਗਰਦੀ ਕੀਤੀ, ਬਲਕਿ ਉਹਨੂੰ ਬੁਰੀ ਤਰ੍ਹਾਂ ਅਸੌਲਟ ਵੀ ਕੀਤਾ। ਜਿਹੜੇ ਲੋਕ ਹਜੇ ਸਾਬਕਾ ਹੋ ਚੁੱਕੇ ਆ, ਤੇ ਤੁਸੀਂ ਇਹਨਾਂ ਦੀਆਂ ਹਰਕਤਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਜਦੋਂ ਇਹ ਸੱਤਾ 'ਚ ਰਹੇ ਹੋਣਗੇ ਤੇ ਕਿਸ ਹੱਦ ਤੱਕ ਇਹ ਲੋਕਾਂ ਨਾਲ, ਆਮ ਜਿਹੜੇ ਸਿਟੀਜ਼ਨ ਹੈ ਪੰਜਾਬ ਦੇ ਜਾਂ ਬਾਕੀ, ਉਹਨਾਂ ਨਾਲ ਕਿਸ ਹੱਦ ਤੱਕ ਧੱਕਾ ਕਰਦੇ ਰਹੇ ਹੋਣਗੇ। ਕਿ ਉਹਦਾ ਛੋਟਾ ਜਿਹਾ ਐਗਜ਼ਾਮਪਲ ਹੈ, ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਜੀ, ਜਿਹੜੇ ਉਹਨਾਂ ਦਾ ਪਰਿਵਾਰ, ਉਹਨਾਂ ਦੇ ਬੇਟੇ ਨੇ ਕੱਲ ਇੱਕ ਹੋਟਲ 'ਚ ਇੱਕ ਨੌਜਵਾਨ ਨਾਲ ਨਾ ਸਿਰਫ ਕੁੱਟਮਾਰ ਕੀਤੀ, ਬਲਕਿ ਉਹਨੂੰ ਸਿਕਿਉਰਿਟੀ ਜਿਹੜੀ ਬੇਸਿਕਲੀ ਸਿਕਿਉਰਿਟੀ ਤੇ ਰੰਧਾਵਾ ਸਾਹਿਬ ਨੂੰ ਮਿਲੀ ਹੈ, ਲੇਕਿਨ ਉਹਨਾਂ ਦੇ ਸਿਕਿਉਰਿਟੀ ਦਾ ਜਿਸ ਤਰੀਕੇ ਨਾਲ ਮਿਸਯੂਜ਼ ਹੁੰਦਾ ਇਹਨਾਂ ਲੋਕਾਂ ਵੱਲੋਂ, ਕਿ ਬੰਦੂਕ ਦੀ ਨੋਕ ਤੇ ਉਹਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ, ਜੋ ਮੁੰਡੇ ਨੇ ਬਿਆਨ ਦਿੱਤੇ ਹੈ। ਈਵਨ ਚੰਡੀਗੜ੍ਹ ਦੇ ਪੁਲਿਸ ਸਟੇਸ਼ਨ 17 ਚ ਜਾ ਕੇ ਸਾਰੀ ਰਾਤ ਸਾਬਕਾ ਡਿਪਟੀ ਸੀਐਮ ਚੰਡੀਗੜ੍ਹ ਪੁਲਿਸ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਇੱਕ ਬੁਰੀ ਤਰ੍ਹਾਂ ਅਸਾਲਟ ਹੋਏ, ਜ਼ਖਮੀ ਹੋਏ ਨੌਜਵਾਨ, ਜਿਹੜਾ ਕਿ ਯੂਨੀਵਰਸਿਟੀ ਦਾ ਸਟੂਡੈਂਟ ਹੈ, ਉਹਦੇ ਸਿਰ ਤੇ 3 ਟੰਕੇ ਆਏ ਹੋਏ ਆ, ਗਹਿਰੇ ਜ਼ਖਮ ਹੈ। ਆਪਣੀ ਪੋਜੀਸ਼ਨ ਦਾ ਮਿਸਯੂਜ਼ ਕਰਦੇ ਡਿਪਟੀ ਸੀਐਮ, ਸਾਬਕਾ ਡਿਪਟੀ ਸੀਐਮ, ਉਹਦੀ ਐਫਆਈਆਰ ਨਾ ਦਰਜ ਹੋਵੇ, ਹਰ ਹੀਲਾ ਵਸੀਲਾ ਚੰਡੀਗੜ੍ਹ ਪੁਲਿਸ ਤੇ ਰਾਤ ਕਰਦੇ ਰਹੇ ਆ। ਇਹ ਉਹੀ ਡਿਪਟੀ ਸੀਐਮ, ਸਾਬਕਾ ਡਿਪਟੀ ਸੀਐਮ ਹੈ ਜਿਨ੍ਹਾਂ ਤੇ ਦੋਸ਼ ਲੱਗਦੇ ਰਹੇ ਆ ਕਿ ਅੰਸਾਰੀ ਵਰਗੇ ਗੈਂਗਸਟਰਾਂ ਨੂੰ ਪੁਸ਼ਤ ਪਨਾਹੀ ਦਿੰਦੇ ਰਹੇ ਆ। ਇਹ ਉਹੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਡਿਪਟੀ ਸੀਐਮ ਹੈ ਜਿਨ੍ਹਾਂ ਤੇ ਦੋਸ਼ ਹੈ ਕਿ ਜੇ ਪੱਤਰਕਾਰ ਸਾਥੀਆਂ ਨਾਲ ਦੁਰਵਰਤੋਂ ਕਰਦੇ ਆ, ਦੁਰਵਿਵਹਾਰ ਕਰਦੇ ਆ, ਗਾਲੀ ਗਲੋਚ ਕਰਦੇ ਆ, ਔਰ ਉਹਨਾਂ ਦੀ ਗੁੰਡਾਗਰਦੀ ਦੀ ਇਹ ਪ੍ਰਕਾਸ਼ਤਾ ਕਹਿ ਸਕਦੇ ਹੋ ਕਿ ਉਹਨਾਂ ਦੇ ਬੇਟੇ ਨੇ ਜਿਸ ਤਰੀਕੇ ਨਾਲ ਇੱਕ ਸਟੂਡੈਂਟ ਨਾਲ ਕੁੱਟਮਾਰ ਕੀਤੀ, ਉਹਨੂੰ ਬਚਾਉਣ ਲਈ ਬਜਾਏ ਕਿ ਆਪਣੇ ਪੁੱਤ ਨੂੰ ਉਸ ਗੱਲ ਲਈ ਜ਼ਿੰਮੇਵਾਰ ਠਹਿਰਾਉਂਦੇ, ਉਹ ਤੇ ਕੀ ਕਰਨਾ ਸੀ, ਇਹਨਾਂ ਨੇ ਉਹਨੂੰ ਡਿਫੈਂਡ ਕੀਤਾ। ਈਵਨ ਇੱਕ ਨੌਜਵਾਨ ਤੇ ਕੰਪਲੇਂਟ ਤੇ ਐਫਆਈਆਰ ਦਰਜ ਨਾ ਹੋਵੇ, ਇਹਦੀ ਪੂਰੀ ਪੈਰਵਾਈ ਜਿਹੜੀ ਆ ਸਾਬਕਾ ਡਿਪਟੀ ਸੀਐਮ ਨੇ ਕੱਲ ਰਾਤ ਚੰਡੀਗੜ੍ਹ ਦੇ ਪੁਲਿਸ ਸਟੇਸ਼ਨਾਂ 'ਚ ਕੀਤੀ ਹੈ। ਪਹਿਲੀ ਗੱਲ, ਅਸੀਂ ਸਾਬਕਾ ਡਿਪਟੀ ਸੀਐਮ ਰੰਧਾਵਾ ਸਾਹਿਬ ਦੇ ਇਸ ਐਕਟ ਨੂੰ ਕੰਡੈਮ ਕਰਦੇ ਹਾਂ। ਇਹ ਜਿਹੜਾ ਤੁਹਾਨੂੰ ਮਾੜੀਆਂ ਆਦਤਾਂ ਪਈਆਂ, ਸੱਤਾ ਦੇ ਨਸ਼ੇ 'ਚ ਰਹਿ ਕੇ, ਪਾਵਰ ਦੇ ਨਸ਼ੇ 'ਚ, ਔਰ ਜਿਹੜੀ ਸਿਕਿਉਰਿਟੀ ਦਾ ਮਿਸਯੂਜ਼ ਤੁਸੀਂ ਕੀਤਾ ਹੈ, ਉਹਦੇ ਲਈ ਵੀ ਤੁਹਾਨੂੰ ਸਫਾਈ ਦੇਣੀ ਪਊਗੀ, ਦੱਸਣਾ ਪਊਗਾ ਕਿਸ ਕਪੈਸਿਟੀ ਤੇ ਜਿਹੜੀ ਸਿਕਿਉਰਿਟੀ ਤੁਹਾਨੂੰ ਲੋਟ ਹੋਈ ਹੈ, ਤੁਹਾਡੇ ਪਰਿਵਾਰ ਨੇ ਕਿਸ ਹੈਸੀਅਤ 'ਚੋਂ ਯੂਜ਼ ਕੀਤੀ ਹੈ।
ਔਰ ਯੂਜ਼ ਕੀ ਕੀਤੀ ਹੈ, ਮਿਸਯੂਜ਼ ਕੀਤੀ ਹੈ ਕਿ ਸਟੂਡੈਂਟ ਦੇ, ਇੱਕ ਯੂਨੀਵਰਸਿਟੀ ਦੇ ਸਟੂਡੈਂਟ ਨੂੰ ਤੁਸੀਂ ਕੁੱਟਮਾਰ ਕਰਦੇ ਹੋ, ਅਸੌਲਟ ਕਰਦੇ ਹੋ। ਔਰ ਚੰਡੀਗੜ੍ਹ ਦੀਆਂ ਸੜਕਾਂ ਤੇ ਰਾਤ ਨੂੰ ਗੁੰਡਾਗਰਦੀ ਕਰਦੇ ਹੋ। ਪੰਜਾਬ 'ਚ ਜੇ ਇਹਨਾਂ ਦੀ ਗੁੰਡਾਗਰਦੀ ਬੰਦ ਹੋ ਗਈ ਹੈ ਮਾਨ ਸਾਹਿਬ ਦੀ ਸਰਕਾਰ ਆਉਣ ਤੋਂ ਬਾਅਦ, ਤੇ ਹੁਣ ਇਹਨਾਂ ਨੇ ਚੰਡੀਗੜ੍ਹ ਦਾ ਰੁੱਖ ਕਰ ਲਿਆ ਹੈ, ਇਹ ਬਰਦਾਸ਼ਤ ਨਹੀਂ ਹੋਊਗਾ। ਚੰਡੀਗੜ੍ਹ ਪੁਲਿਸ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ, ਉਸ ਨੌਜਵਾਨ ਜਿਹੜਾ ਨਿਰਵੀਰ ਸਿੰਘ ਹੈ, ਉਹਦੀ ਕੰਪਲੇਂਟ ਤੇ FIR ਦਰਜ ਹੋਣੀ ਚਾਹੀਦੀ ਆ। ਜੋ ਜਿਸ ਤਰੀਕੇ ਨਾਲ ਉਹਨੂੰ ਅਸੌਲਟ ਕੀਤਾ ਹੈ, ਜੋ ਸੈਕਸ਼ਨ ਬਣਦੇ ਆ ਕਾਨੂੰਨ ਦੇ ਹਿਸਾਬ ਨਾਲ, ਉਹ ਲਾਗੂ ਕਰਨੇ ਚਾਹੀਦੇ ਆ। ਔਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ CM ਦੇ ਬੇਟੇ ਔਰ ਜੋ ਉੱਥੇ ਇਨਵੋਲਵ ਸੀ, ਉਹਨਾਂ ਦੇ ਪਰਿਵਾਰ 'ਚ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਯੂਪੀ ਤੋਂ ਆਈ ਇੱਕ ਖਬਰ ਦੀ। ਯੂਪੀ ਤੋਂ ਸਮੇਂ-ਸਮੇਂ ਤੇ ਕਈ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਜਿਹੜੀਆਂ ਸੋਚਣ ਤੇ ਮਜਬੂਰ ਕਰ ਦਿੰਦੀਆਂ। ਕਿਸੇ ਵੇਲੇ ਇਦਾਂ ਦੇ ਹਾਲਾਤ ਹੋ ਜਾਂਦੇ ਆ ਕਿ ਉੱਥੇ ਇੱਕ ਮੰਤਰੀ ਦੀ ਮੱਝ ਗਵਾਚ ਜਾਂਦੀ ਹੈ ਤੇ ਉਹਨੂੰ ਲੱਭਣ ਲਈ ਪੁਲਿਸ ਦੀਆਂ ਟੀਮਾਂ ਲਗਾ ਦਿੱਤੀਆਂ ਜਾਂਦੀਆਂ, ਲੱਭ ਵੀ ਲੈਂਦੇ ਆ, ਪਰ ਕਿਹੜੀ ਪਛਾਣ ਹੁੰਦੀ ਹੈ, ਉਹੀ ਮੱਝ ਹੈ ਕਿ ਨਹੀਂ ਕੀ ਪਤਾ ਨਹੀਂ, ਪਰ ਲੱਭ ਲੈਂਦੇ ਅਗਲੇ। ਅਗਰ ਕੋਈ GPS ਵੀ ਨਹੀਂ ਹੁੰਦਾ ਫਿਰ ਵੀ ਲੱਭ ਲੈਂਦੇ ਆ। ਜਿਹੜੇ ਮੋਬਾਈਲਾਂ ਦੇ ਵਿੱਚ ਸਾਰੇ ਸਿਸਟਮ ਹੁੰਦੇ ਆ, ਕਿਹਦੇ ਮੋਬਾਈਲ 'ਚੋਂ ਕਿੱਥੇ ਪੈਸੇ ਟ੍ਰਾਂਸਫਰ ਹੋ ਗਏ, ਕੌਣ ਠੱਗ ਗਿਆ, ਬਹੁਤੇ ਕੇਸ ਨਹੀਂ ਹੱਲ ਹੁੰਦੇ, ਪਰ ਜੇ ਤੇ GPS ਵੀ ਨਹੀਂ ਲੱਗਾ ਉਹ ਲੱਭ ਲੈਂਦੇ ਕਿਸੇ ਨਾ ਕਿਸੇ ਤਰੀਕੇ। ਹੁਣ ਇੱਕ ਖਬਰ ਹੋਰ ਆਈ ਹੈ ਯੂਪੀ ਤੋਂ। ਯੋਗੀ ਸਰਕਾਰ ਦੇ ਵਿੱਚ ਇੱਕ ਕੈਬਨਿਟ ਮੰਤਰੀ ਨੇ ਧਰਮਪਾਲ ਸਿੰਘ, ਅਗਲਿਆਂ ਦੇ ਇੰਨਾ ਉੱਚਾ ਰੁਤਬਾ ਕਿ ਜੁੱਤੀ ਨੂੰ ਮਾੜਾ ਜਿਹਾ ਵੀ ਚਿੱਕਣ ਨਾ ਲੱਗ ਜੇ, ਕੁੜਤੇ ਤੇ ਮਾੜਾ ਜਿਹਾ ਵੀ ਮੀਂਹ ਦਾ ਪਾਣੀ ਦਾ ਛਿੱਟਾ ਨਾ ਪੈ ਜੇ। ਇਹ ਸਭ ਦੇ ਲਈ ਉਹਨਾਂ ਨੇ ਇੱਕ ਕੰਮ ਕੀਤਾ। ਹੁਣ ਕੰਮ ਕੀ ਸੀਗਾ? ਦਰਅਸਲ ਉਹਨੇ ਜਾਣਾ ਸੀਗਾ ਬਰੇਲੀ। ਅੰਮ੍ਰਿਤਸਰ ਤੋਂ ਇੱਕ ਗੱਡੀ ਚੱਲਦੀ ਹੈ ਤੇ ਉਹ ਅੰਮ੍ਰਿਤਸਰ ਪੰਜਾਬ ਬਿੱਲ ਲਖਨਊ ਤੋਂ ਬਰੇਲੀ ਜਾਣੀ ਸੀ, ਤੇ ਬਰੇਲੀ ਵਿੱਚ ਜਾਂਦੇ ਜਾਂਦੇ ਉਹਨਾਂ ਨੇ ਕੀਤਾ ਕਿ ਜੁੱਤੀ ਜਿਹੜੀ ਸੀਗੀ ਭਾਈ ਉਹਨੂੰ ਚਿੱਕਣ ਨਾ ਲੱਗ ਜੇ, ਕੱਪੜੇ ਖਰਾਬ ਨਾ ਹੋ ਜਾਣ। ਆਪਣੇ ਡਰਾਈਵਰ ਨੂੰ ਕਿਹਾ ਕਿ ਗੱਡੀ ਸਿੱਧੀ ਰੈਂਪ ਤੇ ਚਾੜ ਕੇ ਰੇਲਵੇ ਸਟੇਸ਼ਨ ਤੇ ਲੈ ਜਾਓ। ਇਹ ਖਬਰ ਪਹਿਲੀ ਵਾਰ ਇਸ ਤਰ੍ਹਾਂ ਦੀ ਸੁਣਨ ਨੂੰ ਮਿਲੀ ਹੈ। ਹੁਣ ਇੱਥੇ ਧਿਆਨ ਮੰਗਦੀ ਜਿਹੜੀ ਗੱਲ ਇਹ ਹੈ ਕਿ ਇੱਥੇ ਆਮ ਲੋਕ ਜਿਹੜੇ ਉੱਥੇ ਖੜੇ ਸੀ, ਗੱਠੜੀਆਂ ਸੀ, ਕਈਆਂ ਕੋਲ ਸਮਾਨ ਸੀ, ਬੈਗ ਸੀ, ਉਹਨਾਂ ਨੇ ਸਮਾਨ ਚੱਕਿਆ, ਭੱਜ ਦੌੜ ਉਹਨਾਂ ਦੀ ਪੈ ਗਈ ਹੋ ਗਈ। ਉਹਨਾਂ ਨੇ ਸਮਾਨ ਇੱਥੋਂ ਚੱਕ ਕੇ ਉੱਧਰ ਨੂੰ ਦੌੜਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੰਤਰੀ ਸਾਹਿਬ ਸੀ ਭਾਈ ਰੁਤਬਾ, ਜਿਹੜੇ ਪੁਲਿਸ ਵਾਲਿਆਂ ਨੇ ਰੋਕਣਾ ਸੀਗਾ ਉਹ ਤਾਂ ਅਗਲੇ ਸਲੂਟ ਮਾਰਨ 'ਚ ਲੱਗੇ ਹੋਏ ਸੀ। ਹੁਣ ਹੋਇਆ ਕਿ ਜਦੋਂ ਮੰਤਰੀ ਸਾਹਿਬ ਉੱਥੇ ਪਹੁੰਚੇ, ਉਹਨਾਂ ਨੇ ਦੇਖਿਆ ਸਾਰਾ ਕੁਝ ਠੀਕ ਹੈ, ਉੱਤਰ ਕੇ ਗੱਡੀ ਵਿੱਚ ਬੈਠੇ ਤੇ ਆਪ ਚਲੇ ਗਏ। ਪਰ ਉੱਥੇ ਇਹ ਭੁੱਲ ਗਏ ਕਿ ਆਪਣਾ ਕੰਮ ਤਾਂ ਉਹਨਾਂ ਨੇ ਕਰਤਾ, ਕੱਪੜੇ ਖਰਾਬ ਨਹੀਂ ਹੋਏ, ਕੋਈ ਚਿੰਤਾ ਨਹੀਂ। ਲੋਕਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਤੀ। ਵੀਡੀਓ ਅਖਿਲੇਸ਼ ਯਾਦਵ ਹੋਰਾਂ ਦੇ ਕੋਲ ਪਹੁੰਚ ਗਈ, ਸਮਾਜਵਾਦੀ ਪਾਰਟੀ ਦੇ ਜੋ ਪ੍ਰਧਾਨ ਨੇ, ਉਹਨਾਂ ਦੇ ਕੋਲ ਜਦੋਂ ਵੀਡੀਓ ਪਹੁੰਚਦੀ ਹੈ ਤੇ ਉਹਨਾਂ ਨੇ ਸੁਭਾਵਿਕ ਸੀਗਾ ਵਿਰੋਧ ਵੀ ਕਰਨਾ, ਲੋਕਾਂ ਨੇ ਵੀ ਹਾਸੀ ਮਜ਼ਾਕ ਵੀ ਕਰਨੀ ਹੈ। ਪਰ ਇਹ ਜਿਸ ਹਿਸਾਬ ਦੀਆਂ ਖਬਰਾਂ ਆ ਰਹੀਆਂ ਨੇ, ਸਿਆਸਤਦਾਨਾਂ ਦਾ ਕੰਮ ਇਹ ਤਾਂ ਨਹੀਂਗਾ ਕਿ ਤੁਹਾਡਾ ਜਿੱਥੇ ਇੱਕ ਰੋਬ ਜੰਮਦਾ ਤੁਸੀਂ ਜਮਾ ਲਓ, ਗੱਡੀ ਜਿੱਥੇ ਤੱਕ ਜੀ ਕਰਦਾ ਲੈ ਜਾਓ। ਉਹ ਰੈਂਪ ਜਿਹੜਾ ਸੀਗਾ ਬਣਿਆ ਉਹ ਉਹਨਾਂ ਲੋਕਾਂ ਲਈ ਸੀ ਜੋ ਸਰੀਰਕ ਤੌਰ ਤੇ ਸੰਪੂਰਨ ਨਹੀਂਗੇ, ਜਿਨ੍ਹਾਂ ਦੇ ਸਰੀਰ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਹੈਗੀ, ਕਿਸੇ ਦੀ ਲੱਤ ਖਰਾਬ ਹੈ, ਕਿਸੇ ਦੀ ਬਾਂਹ ਖਰਾਬ ਹੈ, ਕੋਈ ਸਰੀਰਕ ਤੌਰ ਤੇ ਮੋਟਾ ਪੌੜੀਆਂ ਨਹੀਂ ਚੜ੍ਹ ਸਕਦਾ। ਹੁਣ ਉਹ ਸੀਗਾ ਤਾਂ ਉਹਨਾਂ ਲਈ, ਪਰ ਸਾਡੇ ਇੱਥੇ ਮੰਤਰੀਆਂ ਨੇ ਜਿਸ ਹਿਸਾਬ ਦੇ ਨਾਲ ਕੁਛ ਜਿਹੜੀ ਖਬਰ ਆਈ ਹੈ, ਜਿਸ ਹਿਸਾਬ ਨਾਲ ਯੋਗੀ ਸਰਕਾਰ ਦੇ ਕੈਬਨਿਟ ਮੰਤਰੀ ਦੀ ਉਹਨਾਂ ਨੇ ਕੰਮ ਕੀਤਾ, ਇਹ ਚੰਗਾ ਨਹੀਂ। ਇਹਦਾ ਸਾਰੇ ਪਾਸੇ ਵਿਰੋਧ ਹੋ ਰਿਹਾ, ਲੋਕ ਮਜ਼ਾਕ ਵੀ ਉਡਾ ਰਹੇ ਨੇ, ਕਿਉਂਕਿ ਜ਼ਿੰਮੇਵਾਰੀ ਹੈ, ਤੁਹਾਡਾ ਕੰਮ ਹੈ ਲੋਕਾਂ ਦੇ ਮਸਲਿਆਂ ਦਾ ਹੱਲ ਕਰਨਾ, ਪਰ ਉਧਰ ਤਾਂ ਧਿਆਨ ਹੀ ਨਹੀਂ ਦਿੱਤਾ ਜਾਂਦਾ। ਯੋਗੀ ਵਿੱਚ ਸਰਕਾਰ ਦੇ ਦੌਰਾਨ, ਪਿਛਲੇ ਸਮੇਂ ਦੇ ਦੌਰਾਨ ਜਿਸ ਹਿਸਾਬ ਨਾਲ ਐਨਕਾਊਂਟਰ ਵਧੇ ਨੇ, ਖਬਰਾਂ ਤੋਂ ਵੀ ਚਰਚਾ ਦੇ ਵਿੱਚ ਰਹਿੰਦੀਆਂ ਨੇ। ਹਾਲਾਂਕਿ ਕਹਿੰਦੇ ਇੱਥੇ ਚੋਰਾਂ ਦਾ ਸਫਾਇਆ ਕਰਤਾ, ਉਹ ਕਹਿੰਦੇ ਅਸੀਂ ਗੈਂਗਸਟਰਾਂ ਦਾ ਸਫਾਇਆ ਕਰ ਦਿੱਤਾ, ਹੋ ਸਕਦਾ ਕੀਤਾ ਹੋਵੇ। ਬਲਾਤਕਾਰ ਦੀਆਂ ਘਟਨਾਵਾਂ ਕਹਿੰਦੇ ਬਹੁਤ ਘਟ ਗਈਆਂ, 56,000 ਤੋਂ ਵੱਧ ਔਰਤਾਂ ਨਾਲ ਛੇੜਖਾਨੀ ਦੇ ਮਾਮਲੇ ਤੋਂ ਉੱਥੋਂ ਸਾਹਮਣੇ ਆ ਰਹੇ ਨੇ, ਸੈਂਕੜੇ ਰੇਪ ਉੱਥੇ ਹੋ ਰਹੇ ਨੇ। ਤੇ ਉੱਥੇ ਕਿਸ ਤਰ੍ਹਾਂ ਦੇ ਮੰਤਰੀ ਨੇ ਜਿਨ੍ਹਾਂ ਤੇ ਬਲਾਤਕਾਰ ਦੇ ਦੋਸ਼ ਵੀ ਲੱਗੇ, ਜਿਨ੍ਹਾਂ ਨੇ ਕੀਤਾ ਵੀ ਹੈ। ਖਬਰਾਂ ਹਮੇਸ਼ਾ ਹੀ ਆਉਂਦੀਆਂ ਰਹਿੰਦੀਆਂ, ਪਰ ਇਹ ਖਬਰ ਨੇ ਸਾਰਿਆਂ ਨੂੰ ਹੈਰਾਨ ਜਿਹਾ ਕਰਕੇ ਰੱਖ ਦਿੱਤਾ। ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ। ਪ੍ਰਤਾਪ ਸਿੰਘ ਬਾਜਵਾ ਵੀ ਪਿਛਲੇ ਕਈ ਦਿਨਾਂ ਤੋਂ ਸਰਗਰਮ ਨੇ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ, ਕੁਝ ਥਾਵਾਂ ਤੇ ਪਾਣੀ ਆਇਆ, ਉਹਨਾਂ ਨੇ ਰੱਜ ਕੇ ਭੰਡਿਆ। ਉਹ ਕਹਿੰਦੇ ਪੰਜਾਬ ਸਰਕਾਰ ਨੇ ਸਹੀ ਤਰੀਕੇ ਨਾਲ ਕੰਮ ਹੀ ਨਹੀਂ ਕੀਤਾ, ਪੰਜਾਬ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਸੀ। ਇਹਨਾਂ ਨੇ ਸਮੇਂ ਤੋਂ ਪਹਿਲਾਂ ਨਾ ਉੱਥੇ ਕੋਸ਼ਿਸ਼ ਕੀਤੀ ਹੈ, ਨਾ ਹੀ ਉੱਥੇ ਤੱਕ ਬੰਦੇ ਪਹੁੰਚਾਏ, ਨਾ ਹੀ ਇਹਨਾਂ ਦੇ ਕੋਲ ਪ੍ਰਬੰਧ ਸਹੀ ਤਰੀਕੇ ਨਾਲ ਹੋਇਆ। ਇਹ ਪ੍ਰਤਾਪ ਸਿੰਘ ਬਾਜਵਾ ਦੇ ਸ਼ਬਦ ਸੀਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਵੀ ਕਈ ਲੀਡਰਾਂ ਨੇ ਕਿਹਾ, ਸੁਨੀਲ ਜਾਖੜ ਸਾਹਿਬ ਨੇ ਵੀ ਕਹਿਤਾ ਸੀਗਾ। ਪਰ ਹੁਣ ਜਦੋਂ ਇਹ ਗੱਲ ਨਿਕਲਦੀ ਹੈ ਕਿ ਇਹ ਤਾਂ ਕੁਝ ਕਰਦੇ ਨਹੀਂ ਪਏ, ਇਹਨਾਂ ਦੀ ਜ਼ਿੰਮੇਵਾਰੀ ਸੀ, ਲੋਕ ਪਿਛਲੀਆਂ ਗੱਲਾਂ ਯਾਦ ਕਰਾਉਣ ਲੱਗ ਪੈਂਦੇ ਆ, ਫਿਰ ਉਸ ਵੇਲੇ ਕੋਈ ਬੋਲਦਾ ਨਹੀਂ। ਅੱਜ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਯੂਥ ਪ੍ਰਧਾਨ ਨਵੇਂ ਬਣੇ ਨੇ, ਬ੍ਰਹਮ ਮਹਿੰਦਰਾ ਦੇ ਸਪੁੱਤਰ। ਹੁਣ ਉਹਨਾਂ ਨੇ ਵੀ ਜਿਸ ਹਿਸਾਬ ਦੇ ਨਾਲ ਵਰਿੰਦਰ ਢਿੱਲੋਂ ਦੀ ਜਗ੍ਹਾ ਲਈ ਹੈ,
ਤੇ ਉਹਨਾਂ ਨੇ ਮੋਹਿਤ ਮਹਿੰਦਰਾ ਸ਼ਾਇਦ ਇਹਨਾਂ ਦਾ ਨਾਮ। ਹੁਣ ਮੋਹਿਤ ਮਹਿੰਦਰਾ ਨੂੰ ਜਦੋਂ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਤੇ ਪ੍ਰਤਾਪ ਸਿੰਘ ਬਾਜਵਾ ਉੱਥੇ ਪਹੁੰਚਦੇ ਨੇ, ਸਵਾਗਤ ਵੀ ਕੀਤਾ ਉਹਨਾਂ ਨੇ ਇਹੀ ਕਿਹਾ ਕਿ ਬਹੁਤ ਵਧੀਆ ਹੋ ਗਿਆ ਜੀ, ਇਹਦੀ ਜ਼ਰੂਰਤ ਸੀਗੀ ਪੰਜਾਬ ਨੂੰ ਕਾਂਗਰਸ ਦੇ ਨਾਲ ਜੋੜਨ ਲਈ, ਕਾਂਗਰਸ ਵਿੱਚ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਇਹ ਜ਼ਰੂਰੀ, ਅਸੀਂ ਇਸ ਕਰਕੇ ਇਹ ਕਦਮ ਚੁੱਕਿਆ। ਪਰ ਪ੍ਰਤਾਪ ਸਿੰਘ ਬਾਜਵਾ ਨੇ ਹੋਰ ਵੀ ਕਈ ਗੱਲਾਂ ਕੀਤੀਆਂ। ਕਿਹੜੀਆਂ ਸੀਗੀਆਂ, ਇੱਕ ਨਜ਼ਰ ਉਧਰ ਵੀ ਮਾਰਦੇ ਹਾਂ। कांग्रेस ने आंदे 2-3 साल तक बाउंस बैक बहुत बड़े पैमाने ते करना है, तो इस गल कारण मैं इन्हां नूं गुजारिश करूंगा सारिਆਂ ਨੂੰ ਨਾਲ लिया जाए। बाकी जिहड़ी गल सी होर कोई पुछणी दस लो, नहीं तो इन्हां नूं असीं कुर्सी ते बाहर नहीं गल इन्हां नूं लिया के जमा कर देने, कांग्रेस नूं वरतदे ने, बदनाम करदे ने, फिर भज। मैं कैप्टन दा जिक्र कीता, मैं सुनील जाखड़ दा जिक्र कीता, मैं इत्थे मनप्रीत सिंह बादल दा कीता। इस किस्म दे लोकां दी सानूं की लोड़ सी? ਇਹਨਾਂ ਲੋਕਾਂ ਨੂੰ ਅਸੀਂ ਕਿੱਥੋਂ ਤੱਕ ਪਹੁੰਚਾਇਆ? ਅੱਜ ਸਾਡਾ ਕੀ ਕਰਕੇ ਗਏ? ਜਦੋਂ ਕੋਈ ਮਾੜਾ ਮੁਜ਼ਾਰਾ ਪੈਲੀਆਂ ਦੇ ਵਿੱਚ, ਅਸੀਂ ਕਿਸਾਨ ਆ, ਮਾੜਾ ਮੁਜ਼ਾਰੇ ਨੂੰ ਪੈਲੀ ਦੇ ਲਈਦੀ ਏ ਤੇ ਉਹ ਜੜ ਪੁੱਟ ਦਿੰਦਾ ਪੈਲੀ ਦੀ, ਫਿਰ ਨਵੇਂ ਸਿਰੋਂ ਪੈਲੀ ਨੂੰ ਠੀਕ ਕਰਨਾ ਪੈਂਦਾ। ਸੋ ਇਹਨਾਂ ਲੋਕਾਂ ਨੇ ਜਿਹਨਾਂ ਸਾਡੀ ਜੜ ਪੁੱਟੀ, ਉਹਨਾਂ ਵਰਗੇ ਮਾੜੇ ਬੰਦੇ ਜਿਹੜੇ ਨੇ, ਕਿਉਂਕਿ ਅਸੀਂ ਪੰਜਾਬ 'ਚ ਕੰਮ ਕਰਨੇ ਆ, ਇਹ ਸਕੱਡ ਮਸਾਈਲਾਂ ਦਿੱਲੀ ਤੋਂ ਆ ਡਿੱਗਦੀਆਂ, ਤੇ ਕਿਰਪਾ ਕਰਕੇ ਬੇਨਤੀ ਹੈ ਕਿ ਉਹ ਕੀਤੀ, ਇੱਕ ਇਹਨਾਂ ਦੀ ਕੀਤੀ। ਆ ਜਿਹੜੀ ਬਿਮਾਰੀ ਸਾਨੂੰ ਪੰਜਾਬ ਨੂੰ ਚੰਬੜੀ ਹੈ, ਕਿ ਇਹ ਬਿਮਾਰੀ ਨੂੰ ਸਾਡੇ ਨਾਲ ਦਖਲ ਨਾ ਕਰਿਓ, ਹੋਰ ਇਹਨਾਂ ਨੂੰ ਜਿੱਧਰ ਨੂੰ ਮਰਜ਼ੀ ਲੈ। ਬਾਜਵਾ ਜੀ ਪਹਿਲੇ ਦਿਨ ਤੋਂ ਕਲੀਅਰ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਦੇ ਨਾਲ ਹਾਂਜੀ ਹੈ ਪੁਰਾਣੀ ਜਿਹੜੀ ਯੂਥ ਦੀ ਟੀਮ ਸੀ ਉਹ ਖਾਸੀ ਨਵਾਜ਼ ਮੈਨੂੰ ਇਸ ਗੱਲ ਦਾ ਪਤਾ ਨਹੀਂ ਜੀ, ਮੈਂ ਤੇ ਹੁਣ ਯੂਥ ਛੱਡੀ ਨੂੰ 35-40 ਸਾਲ ਹੋ ਗਏ ਨੇ। ਨੌਜਵਾਨਾਂ ਉਹ ਸਾਰੇ ਲੈਣਗੇ ਮੋਹਿਤ ਜੀ, ਸਾਰੇ ਨਾਲ ਸਰ। ਪਹਿਲੇ ਦਿਨ ਤੋਂ ਤੁਸੀਂ ਕਲੀਅਰ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਪੱਧਰ ਤੇ ਕੋਈ ਸਮਝੌਤਾ ਨਹੀਂ ਹੋਏਗਾ, ਪਰ ਆਮ ਆਦਮੀ ਪਾਰਟੀ ਲੀਡਰਸ਼ਿਪ ਕਹਿੰਦੀ ਹੈ ਕਿ ਦਿੱਲੀ ਵਾਲਿਆਂ ਨੂੰ ਡਿਸਾਈਡ ਕਰਨਾ। ਇਹ ਤੁਸੀਂ ਤਾਂ ਮੈਂ ਕਦੋਂ ਕਿਹਾ ਮੈਂ ਕਰਨਾ? ਮੈਂ ਪ੍ਰੀ ਵਾਰਨ ਤੇ ਕਰ ਸਕਦਾ ਕਿ ਕਾਲਿਆਂ ਕੱਚਿਆਂ ਵਾਲੇ ਆ ਕੇ ਪਿੰਡ ਨੂੰ ਲੁੱਟਣ ਆ ਗਏ ਨੇ, ਤੇ ਜਾਗ ਜਾਓ, ਅੱਖਾਂ ਖੋਲ ਲਓ, ਘਰਾਂ ਨੂੰ ਅੰਦਰੋਂ ਚਿਟਕਣੀਆਂ ਲਾ ਲਓ। ਤੇ ਮੈਂ ਤੇ ਵਾਰਨ ਕਰ ਰਿਹਾ, ਜੇ ਘਰ ਨੂੰ ਆਪਾਂ ਫੇਰ ਵੀ ਲਿਟਾਣਾ, ਫਿਰ ਇਹਨਾਂ ਦੀ ਮਰਜ਼ੀ। ਇਹ ਤਾਂ ਗੱਲ ਹੋ ਗਈ ਪ੍ਰਤਾਪ ਸਿੰਘ ਬਾਜਵਾ ਦੀ, ਮਹਿੰਦਰਾ ਹੋਰਾਂ ਦੀ, ਜਿਨ੍ਹਾਂ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਲਗਾਇਆ ਗਿਆ। ਅੱਗੇ ਵਧਦੇ ਹਾਂ, ਗੱਲ ਕਰਨੀ ਆ ਇਸ ਵੇਲੇ ਜੋ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਵਰੁਣ ਗਾਂਧੀ ਹੋਰਾਂ ਦੀ। ਵਰੁਣ ਗਾਂਧੀ ਹੋਰੀ ਜੋ ਪੀਲੀਭੀਤ ਤੋਂ ਭਾਜਪਾ ਦੇ ਪਾਰਲੀਮੈਂਟ ਮੈਂਬਰ ਨੇ, ਸਮੇਂ-ਸਮੇਂ ਤੇ ਕੇਂਦਰ ਸਰਕਾਰ ਦੇ ਖਿਲਾਫ ਉਹ ਬੋਲਦੇ ਰਹਿੰਦੇ ਆ, ਬਿਆਨ ਆਉਂਦਾ ਰਹਿੰਦਾ ਕੋਈ ਨਾ ਕੋਈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਲੈ ਕੇ ਵੀ ਉਹਨਾਂ ਨੇ ਪਿਛਲੇ ਦਿਨੀ ਬਹੁਤ ਜ਼ਿਆਦਾ ਸਵਾਲ ਖੜੇ ਕੀਤੇ। ਉਹਨਾਂ ਦੇ ਵਿੱਚੋਂ ਕੁਝ ਗੱਲਾਂ ਉਹ ਸੀਗੀਆਂ ਜਿੱਤੋਂ ਦੇਖ ਕੇ ਲੱਗਦਾ ਸੀ ਕਿ ਬਗਾਵਤੀ ਸੁਰਾਂ ਤੇਜ਼ ਹੋ ਗਈਆਂ ਨੇ। ਇਹ ਵੀ ਲੱਗਦਾ ਸੀ ਕਿ ਆਉਂਦੇ ਦਿਨਾਂ ਨੂੰ ਜਿਸ ਹਿਸਾਬ ਦੇ ਨਾਲ ਇਹ ਵਿਰੋਧ ਕਰ ਰਹੇ ਆ, ਭਾਈ ਪਾਰਟੀ ਵਿੱਚੋਂ ਹੁਣ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਬਾਹਰ ਕੱਢਿਆ, ਕੱਲ੍ਹ ਨੂੰ ਕੱਢਿਆ, ਆਉਂਦੇ ਦਿਨਾਂ ਨੂੰ ਕਾਰਵਾਈ ਹੋ ਸਕਦੀ ਹੈ। ਪਰ ਨਹੀਂ, ਕੱਲ੍ਹ ਠੰਡੇ ਬਸਤੇ ਪੈ ਜਾਂਦੀ ਹੈ। ਹੁਣ ਇੱਕ ਵਾਰ ਫਿਰ ਤੋਂ ਵਰੁਣ ਗਾਂਧੀ ਹੋਰਾਂ ਨੇ ਦੇਸ਼ ਵਿੱਚ ਅਰਥ ਵਿਵਸਥਾ ਨੂੰ ਤੇਜ਼ ਕਰਨਾ ਕਹਿੰਦੇ ਦਾਅਵੇ ਕੀਤੇ ਜਾ ਰਹੇ ਆ। ਇਹਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਆ। ਕਹਿੰਦੇ 5 ਟ੍ਰਿਲੀਅਨ ਦੀ ਅਰਥ ਵਿਵਸਥਾ ਦੀ ਤੁਸੀਂ ਗੱਲ ਕੀਤੀ ਹੈ, ਬਿਲਕੁਲ ਠੀਕ ਹੈ ਜੀ, ਹੋਣੀ ਚਾਹੀਦੀ ਹੈ, ਪਰ ਹੋਣੀ ਕਿੱਦਾਂ? ਇਹ ਤਾਂ ਦੱਸ ਹੀ ਨਹੀਂ ਰਹੇ ਤੁਸੀਂ। ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਸਿੱਧੀਆਂ ਫੋਕੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ, ਇਹ ਕਿਉਂ ਹੋ ਰਹੀਆਂ ਨੇ? ਅੱਜ ਤੋਂ 1.5 ਮਹੀਨਾ ਪਹਿਲਾਂ ਬਿਲਕੁਲ ਸ਼ਾਂਤ ਬੈਠੇ ਸੀ ਵਰੁਣ ਗਾਂਧੀ, ਪਰ ਅਚਾਨਕ ਉਹਨਾਂ ਨੇ ਜਿਸ ਹਿਸਾਬ ਨਾਲ ਇਹ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਦੇਸ਼ ਦੀ ਅਰਥ ਵਿਵਸਥਾ ਨੂੰ ਲੈ ਕੇ ਮਹਿੰਗਾਈ ਦੀ ਗੱਲ ਕੀਤੀ ਹੈ, ਇਹ ਧਿਆਨ ਮੰਗਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਲਗਭਗ 91% ਯਾਨੀ ਕਿ 475 ਮਿਲੀਅਨ ਲੋਕ ਬਿਨਾਂ ਕਿਸੇ ਸਮਾਜਿਕ ਸੁਰੱਖਿਆ ਦੇ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਕਰਦੇ ਪਏ ਆ। ਨੌਕਰੀਆਂ ਦੀ ਗੱਲ ਕੀਤੀ ਉਹਨਾਂ ਨੇ, ਉਹ ਕਹਿੰਦੇ ਨੌਕਰੀਆਂ ਕਿੱਥੇ ਆ, ਸਰਕਾਰੀ ਨੌਕਰੀਆਂ ਦਾ ਅੰਕੜਾ ਕਿੱਥੇ ਹੈ? ਵੈਸੇ ਯੂਪੀ ਦੇ ਵਿੱਚ ਜਦੋਂ ਜੋਗੀ ਆਦਿੱਤਿਆਨਾਥ ਹੋਰਾਂ ਦੀ ਸਰਕਾਰ ਬਣਦੀ ਹੈ ਤੇ ਉਹ ਵੀ ਕਹਿੰਦੇ ਸੀ 1 ਕਰੋੜ ਨੌਕਰੀ 1 ਸਾਲ 'ਚ ਦੇਵਾਂਗੇ। ਚਲੋ 10 ਲੱਖ ਨੌਕਰੀਆਂ ਕਹਿੰਦੇ ਸੀ 1 ਸਾਲ 'ਚ ਦੇਵਾਂਗੇ, ਕਿੰਨੀਆਂ ਕੁ ਦਿੱਤੀਆਂ ਗਈਆਂ? ਜਦੋਂ ਸੱਤਾ ਕੇਂਦਰ ਦੇ ਵਿੱਚ ਆਈ, ਇਹ ਵੀ ਕਹਿੰਦੇ ਸੀ 1 ਕਰੋੜ ਨੌਕਰੀਆਂ 1 ਸਾਲ ਦੇ ਵਿੱਚ ਦੇਵਾਂਗੇ, ਕਿੰਨੀਆਂ ਕੁ ਦਿੱਤੀਆਂ ਗਈਆਂ? ਸਵਾਲ ਪੁੱਛੇ ਜਾ ਰਹੇ ਨੇ। ਨੌਜਵਾਨ ਬੇਰੁਜ਼ਗਾਰ ਹੁੰਦੇ ਜਾ ਰਹੇ ਨੇ, ਬੇਰੁਜ਼ਗਾਰੀ ਦੀ ਦਰ ਵੱਧਦੀ ਜਾ ਰਹੀ ਹੈ, ਪਰ ਇੱਧਰ ਕੋਈ ਵੀ ਧਿਆਨ ਨਹੀਂ ਦੇ ਰਿਹਾ। ਵਰੁਣ ਗਾਂਧੀ ਹੋਰਾਂ ਨੇ ਇਹ ਵੀ ਕਿਹਾ ਕਿ 53% ਸੈਲਰੀ ਲੈਣ ਵਾਲੇ ਕਰਮਚਾਰੀ, ਉਹਨਾਂ ਦੇ ਕੋਲ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਗੀ। ਇਹ ਸੋਸ਼ਲ ਸਿਕਿਉਰਿਟੀ ਦੇਣੀ ਕਿਹਨਾਂ? ਇਹ ਸਾਡੇ ਸਿਆਸਤਦਾਨਾਂ ਦਾ ਮੁੱਖ ਤੌਰ ਤੇ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ। ਪਰ ਕੀ ਅੱਜ ਸਾਰੇ ਲੋਕ ਸੁਰੱਖਿਅਤ ਨੇ? ਨਹੀਂ, ਲੱਗਦਾ ਨਹੀਂ ਪਿਆ। ਅੱਗੇ ਵਧਦੇ ਹਾਂ, ਗੱਲ ਕਰਨੀ ਆ ਰੂਸ ਦੀ। ਰੂਸ ਤੇ ਯੂਕਰੇਨ ਦਾ ਜਿਸ ਹਿਸਾਬ ਦੇ ਨਾਲ ਯੁੱਧ ਚੱਲਦਾ ਪਿਆ, ਅਜੇ ਤੱਕ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਕਈ ਦਿਨਾਂ ਤੋਂ ਇਹ ਟ੍ਰੇਡ ਵਾਰ ਤੋਂ ਗੱਲ ਨਿਕਲਦੀ ਅਨਾਜ ਤੇ ਆ ਕੇ ਰੁਕ ਗਈ। ਕਣਕ ਦੀ ਸਮੱਸਿਆ ਆ ਸਕਦੀ ਹੈ, ਆਟੇ ਦੀ ਸਮੱਸਿਆ ਆ ਸਕਦੀ ਹੈ, ਗੈਸ ਦੀਆਂ ਕੀਮਤਾਂ ਵੱਧ ਸਕਦੀਆਂ ਨੇ,
ਕੱਚੇ ਤੇਲ ਦੀ ਕੀਮਤ ਦੇਖ ਲਓ ਕਿੱਥੇ ਤੱਕ ਪਹੁੰਚ ਗਈ ਹੈ। ਹੁਣ ਅਰਬ ਦੇਸ਼ਾਂ ਲਈ ਵੀ ਇੱਕ ਖਤਰਾ ਖੜਾ ਹੋ ਗਿਆ। ਪਰ ਇਹ ਸਾਰੀਆਂ ਗੱਲਾਂ ਦੇ ਦੌਰਾਨ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਰੂਸ ਤੋਂ। ਰੂਸ ਵਿੱਚ ਪ੍ਰਾਈਵੇਟ ਆਰਮੀ ਆ ਵੈਗਨਰ ਦੇ ਚੀਫ ਦੀ ਕੱਲ ਮੌਤ ਹੁੰਦੀ ਹੈ। ਉਹ ਹਾਦਸਾ ਹੋਇਆ, ਇੱਕ ਜਹਾਜ਼ ਕ੍ਰੈਸ਼ ਹੋ ਗਿਆ, ਉਹਦੇ ਵਿੱਚ 10 ਜਣੇ ਸੀ ਜਿਨ੍ਹਾਂ ਦੀ ਮੌਤ ਹੋ ਗਈ। ਇਹ ਹਾਦਸਾ ਸੀ ਜਾਂ ਕੀ ਸੀ ਇਹਦੇ ਬਾਰੇ ਅਜੇ ਤੱਕ ਕਿਹਾ ਨਹੀਂ ਜਾ ਸਕਦਾ, ਪਰ ਉੱਥੋਂ ਦੀ ਜਾਂਚ ਏਜੰਸੀ ਇਹ ਜਾਂਚ ਕਰਾਏਗੀ ਵੀ ਜਾਂ ਨਹੀਂ, ਇਹ ਕਿਹਾ ਨਹੀਂ ਜਾ ਸਕਦਾ। ਇਹ ਗੱਲ ਕਿਉਂ ਨਿਕਲੀ ਹੈ? ਕਿਉਂਕਿ ਕਿਸੇ ਵੇਲੇ ਉਸ ਆਰਮੀ ਦੇ ਚੀਫ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬਹੁਤ ਕਰੀਬੀ ਸੀ, ਪਰ ਇੱਕ ਸਮਾਂ ਆਇਆ ਜਦੋਂ ਉਹਨਾਂ ਨੇ ਆਪਣੀ ਆਰਮੀ ਇੰਨੀ ਵੱਡੀ ਖੜੀ ਕਰ ਲਈ ਕਿ ਮਾਸਕੋ ਦੇ ਵਿੱਚ ਵੀ ਹਮਲਾ ਕਰਨ ਦਾ ਸੋਚ ਲਿਆ। ਉਸ ਦਿਨ ਤੋਂ ਬਗਾਵਤ ਵੀ ਕੀਤੀ। ਉਸ ਵੇਲੇ ਰੂਸ ਦੇ ਰਾਸ਼ਟਰਪਤੀ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ। ਰੂਸ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਹ ਸਾਰਾ ਕੁਝ ਗਲਤ ਹੈ। 2-3 ਰਾਤਾਂ ਦੇ ਵਿਚਕਾਰ ਹੀ ਉਸ ਵੈਗਨਰ ਆਰਮੀ ਦੇ ਚੀਫ ਨੇ ਦੂਜੇ ਦੇਸ਼ ਵਿੱਚ ਜਾ ਕੇ ਪਨਾਹ ਲੈ ਲਈ। ਉੱਥੋਂ ਦੇ ਇੱਕ ਰਾਸ਼ਟਰਪਤੀ, ਸ਼ਾਇਦ ਬੇਲਾਰੂਸ ਸੀ, ਬੇਲਾਰੂਸ ਦੇ ਰਾਸ਼ਟਰਪਤੀ ਨੇ ਦੋਨਾਂ ਦਾ ਸਮਝੌਤਾ ਕਰਾਤਾ। ਕਹਿੰਦੇ ਵਾਪਸ ਆ ਗਏ ਜੀ। ਕੋਈ ਕਹਿੰਦਾ ਸਾਰਾ ਕੁਝ ਠੀਕ ਹੈ ਜੀ। ਠੀਕ ਸੀਗਾ ਕਿ ਨਹੀਂ ਸੀਗਾ ਇੰਨਾ ਤਾਂ ਪਤਾ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਇਸ ਸਮੇਂ ਦੇ ਦੌਰਾਨ ਦੋਹਾਂ ਦਾ ਵਿਰੋਧ ਵੱਧਦਾ ਗਿਆ। ਵਿਰੋਧ ਇੱਥੇ ਤੱਕ ਪਹੁੰਚ ਗਿਆ ਕਿ ਆਖਿਰਕਾਰ ਉਹਨੂੰ ਦੇਸ਼ ਛੱਡ ਕੇ ਜਾਣਾ ਪਿਆ। ਹੁਣ ਕਹਿ ਰਹੇ ਸੀ ਕਿ ਕੋਈ ਸਾਊਥ ਅਫਰੀਕਾ ਸੀ, ਸਾਊਥ ਅਫਰੀਕਾ ਦੇ ਵਿੱਚ ਹੀ ਆਪਣੀ ਆਰਮੀ ਬਣਾਈ ਜਾ ਰਹੀ ਸੀ, ਉੱਥੇ ਵੀ ਅਭਿਆਸ ਕੀਤਾ ਜਾ ਰਿਹਾ ਸੀ। ਚਲੋ ਲੜਾਈ ਲੜਨੀ ਸੀ ਕਿ ਨਹੀਂ ਲੜਨੀ ਸੀ, ਅਸੀਂ ਤਾਂ ਇਹ ਕਹਿੰਦੇ ਕਿ ਸ਼ਾਂਤੀ ਦੀ ਗੱਲ ਹੋਣੀ ਚਾਹੀਦੀ ਹੈ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜਿੱਥੇ ਵੀ ਲੜਾਈ ਦੀ ਗੱਲ ਹੋ ਰਹੀ ਹੈ ਇਹ ਸਾਰਾ ਕੁਝ ਰੁਕਣਾ ਚਾਹੀਦਾ। ਪਰ ਰੂਸ ਵੱਲ ਦੇਖੀਏ ਤਾਂ 3 ਸਾਲਾਂ ਤੋਂ ਲਗਾਤਾਰ ਇਸ ਤਰ੍ਹਾਂ ਕਰੀਬੀਆਂ ਦੀਆਂ ਮੌਤਾਂ ਜਿਹੜੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੀ ਉਹਨਾਂ ਦੀਆਂ ਹੋ ਰਹੀਆਂ ਨੇ। ਕਾਰਨ ਕੀ ਹੈ? ਕੋਈ ਕਹਿ ਰਿਹਾ ਇਹਨਾਂ ਦੇ ਵਿੱਚੋਂ ਅੱਧੇ ਉਹ ਸੀ ਜਿਨ੍ਹਾਂ ਨੇ ਬਗਾਵਤ ਕੀਤੀ। ਕੋਈ ਕਹਿ ਰਿਹਾ ਕਿ ਇਹਨਾਂ ਦੇ ਵਿੱਚੋਂ ਦਰਜਨ ਉਹ ਸੀਗੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਬਿਆਨ ਦਿੱਤੇ, ਕਿਸੇ ਪ੍ਰੋਗਰਾਮ ਦੇ ਵਿੱਚ ਸਰਕਾਰ ਦੇ ਖਿਲਾਫ ਬੋਲਿਆ, ਕਿਸੇ ਪ੍ਰੋਗਰਾਮ ਦੇ ਵਿੱਚ ਰਾਸ਼ਟਰਪਤੀ ਪੁਤਿਨ ਉਹਨਾਂ ਦੀ ਆਲੋਚਨਾ ਕੀਤੀ। ਇਸ ਕਰਕੇ ਇਹ ਸਾਰਾ ਕੁਝ ਹੋਇਆ। 6 ਮਹੀਨਿਆਂ 'ਚ ਰੂਸ ਦੇ 7 ਵਪਾਰੀ ਤੇ ਨਾਲ 2 ਕੰਪਨੀਆਂ ਦੇ CEO ਉਹਨਾਂ ਦੀ ਮੌਤ ਹੁੰਦੀ ਹੈ। ਮੌਤ ਦੇ ਕਾਰਨ ਕੀ ਸੀ ਪਤਾ ਨਹੀਂ। ਕਿਸੇ ਦੇ ਗੋਲੀ ਵੱਜੀ ਮਿਲੀ ਹੈ, ਕਿਸੇ ਦਾ ਸਾਹ ਘੁੱਟਿਆ ਮਿਲਿਆ, ਕੋਈ ਆਪਣੇ ਹੋਟਲ ਦੇ ਕਮਰੇ ਦੇ ਵਿੱਚ ਮ੍ਰਿਤਕ ਪਾਇਆ ਗਿਆ। ਪਰ ਐਡੀ ਵੱਡੀ ਅਰਥ ਵਿਵਸਥਾ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਨਾਲ ਕੀ ਹੋਇਆ ਪਤਾ ਨਹੀਂ। 25 ਫਰਵਰੀ 2022 ਦੀ ਗੱਲ ਹੈ। ਐਲੈਗਜ਼ੈਂਡਰ ਨਾਮ ਦਾ ਇੱਕ ਵਪਾਰੀ ਸੈਂਟ ਪੀਟਰਸਨ ਦੇ ਵਿੱਚ ਇਹਦੀ ਮੌਤ ਹੁੰਦੀ ਹੈ। ਮਿਖਾਇਲ ਵਾਟਫੋਕਟ, ਹੁਣ ਇਹਦੀ ਵੀ ਮੌਤ 28 ਫਰਵਰੀ ਨੂੰ ਹੋ ਜਾਂਦੀ ਹੈ ਇੰਗਲੈਂਡ ਦੇ ਵਿੱਚ। ਫਿਰ ਉਸ ਤੋਂ ਬਾਅਦ ਇੱਕ ਹੋਰ ਮਾਸਕੋ ਦੇ ਵਿੱਚ ਵਲਾਦੀਲਾਵ ਨਾਮ ਦਾ ਸ਼ਖਸ ਸੀਗਾ ਤੇ ਬਹੁਤ ਕਰੀਬੀ ਪੁਤਨ ਦੇ ਮੰਨਿਆ ਜਾਂਦਾ ਸੀ, ਉਹਦੀ ਵੀ ਮੌਤ ਹੁੰਦੀ ਹੈ 18 ਅਪ੍ਰੈਲ 2022 ਨੂੰ। ਐਲੈਗਜ਼ੈਂਡਰ ਸੁਬੋਟਿਨ ਇਹ ਸਭ ਤੋਂ ਕਰੀਬੀਆਂ ਦੇ ਵਿੱਚੋਂ ਮੰਨਿਆ ਜਾ ਰਿਹਾ ਸੀ, ਪਰ ਇਹਦੀ ਵੀ ਮੌਤ ਅਚਾਨਕ ਹੁੰਦੀ ਹੈ ਮਾਸਕੋ ਦੇ ਵਿੱਚ 7 ਮਈ 2022 ਨੂੰ। ਯੂਰੀ ਵੋਰੋਨਵ ਸੈਂਟ ਪੀਟਰਸਬਰਗ ਤੇ ਇਹਦੀ ਮੌਤ ਹੁੰਦੀ ਹੈ ਤੇ ਰਵੀਲ ਮੈਗਨੋਵ ਇਹਦੀ ਵੀ ਮੌਤ ਹੋ ਜਾਂਦੀ ਹੈ। ਹੁਣ ਇਹ 7 ਜਣਿਆਂ ਦੀ ਮੌਤ ਜਦੋਂ ਹੁੰਦੀ ਹੈ, ਜਾਂਚ ਕਿਉਂ ਨਹੀਂ ਹੋਈ? ਸਵਾਲ ਸਭ ਤੋਂ ਵੱਡਾ ਇਹੀ ਖੜਾ ਹੁੰਦਾ ਸੀ। ਜਾਂਚ ਕਿਸੇ ਨੇ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਹੋਣ ਨਹੀਂ ਦਿੱਤੀ ਜਾਂ ਜਾਂਚ ਏਜੰਸੀਆਂ ਉੱਥੇ ਸੀਗੀਆਂ, ਪਤਾ ਨਹੀਂ, ਪਰ ਰੌਲਾ ਬਹੁਤ ਪੈਂਦਾ ਰਿਹਾ। ਇਸੇ ਦੇਸ਼ ਵਿੱਚ ਨਹੀਂ, ਕਈ ਦੇਸ਼ਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਹੁੰਦੀਆਂ ਨੇ। ਸਾਊਦੀ ਅਰਬ ਦੇ ਵਿੱਚ ਜਦੋਂ ਜਮਾਲ ਖਸ਼ੋਗੀ ਦੀ ਹੱਤਿਆ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਦੋਸ਼ ਲੱਗੇ, ਕਈ ਵੱਡੇ ਸਿਆਸਤਦਾਨਾਂ ਦਾ ਨਾਮ ਆਇਆ, ਪਰ ਅੱਜ ਤੱਕ ਕੇਸ ਕਿਸੇ ਪਾਸੇ ਲੱਗਾ ਤਾਂ ਨਹੀਂਗਾ। ਪਾਕਿਸਤਾਨ ਦੇ ਵਿੱਚ ਰਾਸ਼ਟਰਪਤੀ ਜ਼ਿਆ ਉਲ ਹਕ ਦੀ ਮੌਤ ਹੁੰਦੀ ਹੈ, ਪਤਾ ਨਹੀਂ ਲੱਗਾ ਕੀ ਹੋਇਆ ਸੀਗਾ। ਕਾਰਨ ਕੀ ਸੀਗੇ? ਬਹੁਤ ਸਾਰੇ ਹੋ ਸਕਦੇ ਨੇ। ਜਹਾਜ਼ ਹਾਦਸਾ ਹੋਇਆ ਸੀਗਾ, ਉਹ ਅਚਾਨਕ ਸੀਗੇ, ਕੁਦਰਤੀ ਕਾਰਨ ਸੀਗੇ, ਅਜੇ ਤੱਕ ਨਹੀਂ ਪਤਾ ਲੱਗ ਸਕਿਆ, ਪਰ ਜਾਂਚ ਉਹਨਾਂ ਦੀ ਵੀ ਚੱਲਦੀ ਪਈ ਹੈ। ਪਰ ਜਿਸ ਹਿਸਾਬ ਦੇ ਨਾਲ ਰਵੀਲ ਮੈਗਨੋਵ ਇੱਕ ਇਹ ਵੀ ਬਹੁਤ ਜ਼ਿਆਦਾ ਰੂਸ ਤੇ ਯੂਕਰੇਨ ਦੀ ਜੰਗ ਦੀ ਆਲੋਚਨਾ ਕੀਤੀ ਸੀਗੀ ਤੇ 3 ਮਾਰਚ 2022 ਨੂੰ ਜਦੋਂ ਇਹਦੀ ਮੌਤ ਹੁੰਦੀ ਹੈ, ਕੁਛ ਨਹੀਂ ਪਤਾ ਲੱਗਾ ਕਿੱਥੇ ਕੀ ਹੋ ਰਿਹਾ ਤੇ ਲੋਕ ਅੱਜ ਵੀ ਸਵਾਲ ਕਰ ਰਹੇ ਨੇ ਜਿਸ ਹਿਸਾਬ ਦੇ ਨਾਲ ਵੈਗਨਰ ਚੀਫ ਆਰਮੀ ਦੇ ਮੌਤ ਹੁੰਦੀ ਹੈ। ਅੱਗੇ ਵੱਧਦੇ ਹਾਂ, ਗੱਲ ਕਰਨੀ ਹੈ ਭ੍ਰਿਸ਼ਟਾਚਾਰ ਦੀ। ਇਸ ਵੇਲੇ ਕੋਈ ਸ਼ੱਕ ਨਹੀਂ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਫੈਲੀਆਂ ਹੋਈਆਂ ਨੇ। ਇਸ ਵੇਲੇ ਕੋਈ ਸ਼ੱਕ ਨਹੀਂ ਕਿ ਕਈ ਕੇਸ ਇਸ ਤਰ੍ਹਾਂ ਦੇ ਨੇ ਕਿ ਪੈਸਾ ਲੈ ਕੇ ਪੁਲਿਸ ਹੱਲ ਕਰਵਾ ਦਿੰਦੀ ਹੈ, ਚਾਹੇ ਕਪੂਰਥਲੇ ਦੀ ਗੱਲ ਹੋਵੇ, ਚਾਹੇ ਲੁਧਿਆਣੇ ਦੀ ਗੱਲ ਹੋਵੇ, ਚਾਹੇ ਅੰਮ੍ਰਿਤਸਰ ਵਾਲੇ ਪਾਸੇ। ਦੂਜੇ ਤੀਜੇ ਦਿਨ ਖਬਰ ਆ ਜਾਂਦੀ ਹੈ ਕਿ ਐਸਆਈ ਨੇ 10,000 ਰੁਪਇਆ ਲੈ ਜੀ, ਐਸਐਚਓ ਨੇ 15,000 ਰੁਪਏ ਦੇ ਸਮਝੌਤਾ ਕਰਾਤਾ, ਲੱਖਾਂ ਤੱਕ ਵੀ ਗੱਲ ਆਉਂਦੀ ਹੈ। ਆ ਪੰਜਾਬ ਦੇ ਵਿੱਚ ਫਰੀਦਕੋਟ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉੱਥੋਂ ਦੇ ਐਸਪੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸੀ। ਕੁਝ ਸਮਾਂ ਪਹਿਲਾਂ ਦੀ ਖਬਰ ਹੈ, ਗ੍ਰਿਫਤਾਰ ਕਰ ਲਿਆ ਗਿਆ। ਮਾਮਲਾ ਕੀ ਸੀ? ਇੱਕ ਉੱਥੇ ਡੇਰਾ ਸੀ, ਉੱਥੇ ਹੱਤਿਆ ਹੋ ਜਾਂਦੀ ਹੈ। ਉਸ ਮਾਮਲੇ ਨੂੰ ਰਫਾ ਦਫਾ ਕਰਨ ਲਈ ਚਰਚਾ ਚੱਲਦੀ, ਉਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਲਈ 50 ਲੱਖ ਰੁਪਏ ਰਿਸ਼ਵਤ ਦੇ ਲਏ। ਉਹ ਭਾਈ ਆਪਣੇ ਲਈ ਤੁਸੀਂ ਲੈਣੇ ਸੀ ਲੈ ਲੈਣੇ,
ਪਰ ਨਾ ਉੱਪਰਲੇ ਪਾਸੇ ਲੈ ਦਿੱਤਾ। ਵੈਸੇ ਅਸੀਂ ਕਹਿੰਦੇ ਨਹੀਂ ਤੁਹਾਨੂੰ ਕਿ ਰਿਸ਼ਵਤ ਲਓ, ਰਿਸ਼ਵਤ ਲੈਣੀ ਗਲਤ ਹੈ, ਜ਼ਿਆਦਾ ਗਲਤ ਇਹ ਹੈ ਜਿਹੜੀ ਉਹਨਾਂ ਨੂੰ ਦਿੰਦੇ ਵੀ ਪਏ ਆ ਰਿਸ਼ਵਤ। 50 ਲੱਖ ਰੁਪਏ ਦੀ ਗੱਲ ਨਿਕਲੀ, ਪਰ 50 ਲੱਖ ਰੁਪਏ ਆਪਣੇ ਇੱਕ ਉੱਚ ਅਫਸਰ ਦੇ ਨਾਂ ਤੇ ਲੈਣ ਦੀ ਗੱਲ ਹੋਈ ਸੀ। ਹੁਣ ਜਦੋਂ ਇਹ ਖਬਰ ਸਾਹਮਣੇ ਆਈ, ਉਸ ਤੋਂ ਬਾਅਦ ਜਾਂਚ ਹੋਈ ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਗਈ। ਪੰਜਾਬ ਦੇ ਵਿੱਚ ਇਹ ਕੋਈ ਪਹਿਲਾ ਕੇਸ ਨਹੀਂ। ਪੰਜਾਬ ਦੇ ਵਿੱਚ ਅੱਜ ਜਦੋਂ ਵਿਜੀਲੈਂਸ ਦੇ ਮੋਹਰੇ ਉਹ ਸਰੈਂਡਰ ਕੀਤਾ ਗਿਆ, ਆਈਜੀ ਦੇ ਨਾਮ ਤੇ 50 ਲੱਖ ਰੁਪਏ ਮੰਗੇ ਗਏ ਸੀ, ਤੇ ਇਸ ਤਰ੍ਹਾਂ ਦਾ ਕੋਈ ਪਹਿਲਾ ਕੇਸ ਨਹੀਂ। ਪਿਛਲੇ ਸਮੇਂ ਦੇ ਦੌਰਾਨ ਵੀ ਸਾਡੇ ਕੋਲ ਖਬਰਾਂ ਪਹੁੰਚੀਆਂ, ਅਖਬਾਰਾਂ ਦੀਆਂ ਸੁਰਖੀਆਂ ਆ ਜਾਂਦੀਆਂ ਹੁੰਦੀਆਂ ਕਿ ਸਮਝੌਤਾ ਕਰਾਉਣ ਦੇ ਲਈ ਇਹਨਾਂ ਨੇ 50 ਲੱਖ ਰੁਪਏ 20 ਲੱਖ ਰੁਪਏ ਲਏ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਪੰਜਾਬ ਦੇ ਇੱਕ ਸ਼ਹਿਰ ਚੋਂ, ਇੱਕ ਜ਼ਿਲ੍ਹੇ ਤੋਂ ਖਬਰ ਆਈ, ਨਸ਼ਾ ਤਸਕਰਾਂ ਨੂੰ ਛੱਡਣ ਦੇ ਲਈ 20 ਲੱਖ ਰੁਪਏ ਦਾ ਸੌਦਾ ਹੋਇਆ। 25 ਲੱਖ ਦੀ ਗੱਲ ਸੀਗੀ, 20 ਲੱਖ 'ਚ ਆ ਕੇ ਨਿਪਟੀ। ਤੇ ਰੁਪਈਆ ਦਾ 20 ਲੱਖ ਵੀ ਬਹੁਤ ਹੁੰਦਾ ਨਾ। ਇਹ ਜੋ ਕੁਛ ਹੋ ਰਿਹਾ ਹੈ ਪ੍ਰਸ਼ਾਸਨ ਦੇ ਵਿੱਚ, ਜਿਹੜੀਆਂ ਇਹ ਕਾਲੀਆਂ ਭੇਡਾਂ ਬਣੀਆਂ ਹੋਈਆਂ ਨੇ, ਇਹ ਬਾਹਰ ਕੱਢਣੀਆਂ ਚਾਹੀਦੀਆਂ ਨੇ। ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇਸ ਵੇਲੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਕਿ ਉੱਥੇ ਇੱਕ ਕਸਬਾ, ਹੁਣ ਉਸ ਕਸਬੇ ਦੇ ਵਿੱਚ ਇੱਕ SHO ਆ, ਉਸ SHO ਨੇ ਦੂਜੀ ਧਿਰ ਤੋਂ ਪੈਸੇ ਲਏ ਹੋਏ ਆ। ਕਿਉਂ ਲਏ ਆ? ਇਸੇ ਕਰਕੇ ਕਿ ਮਾਮਲੇ ਨੂੰ ਖਤਮ ਕਰ ਦਿੱਤਾ ਜਾਵੇ। ਕੋਈ ਕਹਿੰਦਾ ਕੰਧ ਦਾ ਰੌਲਾ ਸੀਗਾ, ਕੋਈ ਕਹਿੰਦਾ ਪਿਆ ਕਿ ਕੰਧ ਦੇ ਰੌਲੇ ਤੋਂ ਮਾਮਲਾ ਲੜਾਈ ਦਾ ਬਣਾ ਦਿੱਤਾ ਗਿਆ। ਲੜਾਈ ਦੇ ਵਿੱਚ ਉਹਨਾਂ ਤੇ ਧਾਰਾਵਾਂ ਲਗਾ ਕੇ ਕੇਸ ਵੀ ਦਰਜ ਕਰ ਦਿੱਤਾ ਗਿਆ। ਤੇ ਉਸ ਤੋਂ ਵੱਡੀ ਗੱਲ ਕੀ ਸੀ, ਇਨਕੁਆਇਰੀ ਅਜੇ DSP ਕੋਲ ਚੱਲਦੀ ਪਈ ਹੈ, ਇਨਕੁਆਇਰੀ ਹੁਣੀ ਬਾਕੀ ਹੈ, ਪਰ ਪਹਿਲੇ ਦੂਜੇ ਕੇਸ ਵਿੱਚ ਉਲਝਾ ਦਿੱਤਾ ਗਿਆ। ਜੇਕਰ ਇਸ ਤਰ੍ਹਾਂ ਪੈਸਾ ਲੈ ਕੇ ਦਬਾਅ ਪਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉੱਥੋਂ ਦੀ ਪੁਲਿਸ ਨੂੰ, ਜ਼ਿੰਮੇਵਾਰ ਪੁਲਿਸ ਹੈ, ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਸ ਵੇਲੇ? ਆਉਂਦੇ ਦਿਨਾਂ ਨੂੰ ਇਸ ਤਰ੍ਹਾਂ ਦੀਆਂ ਖਬਰਾਂ ਕਈ ਥਾਵਾਂ ਤੋਂ ਸੁਣਨ ਨੂੰ ਮਿਲ ਜਾਂਦੀਆਂ। ਜਦੋਂ ਤੱਕ ਸਿਆਸਤਦਾਨਾਂ ਦਾ ਪ੍ਰੈਸ਼ਰ ਪੈਂਦਾ, ਜਦੋਂ ਤੱਕ ਉੱਥੋਂ ਦੇ ਕਿਸੇ ਰਾਜਨੀਤਿਕ ਲੀਡਰ ਦਾ ਪ੍ਰੈਸ਼ਰ ਪੈਂਦਾ, ਤਾਂ ਇਹ ਮਾਮਲੇ ਕਦੀ ਵੀ ਹੱਲ ਨਹੀਂ ਹੋਣੇ। ਪਿਛਲੇ ਦਿਨੀ ਇਹ ਵੀ ਗੱਲ ਕਹੀ ਗਈ ਸੀ ਕਿ ਪੰਜਾਬ ਪੁਲਿਸ ਨੂੰ ਖੁੱਲ੍ਹ ਕੇ ਕੰਮ ਕਰਨ ਦਿੱਤਾ ਜਾਵੇ, ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਸਕਦਾ, ਪਰ ਨਹੀਂ, ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਕਿਉਂ ਨਹੀਂ ਦਿੱਤਾ ਜਾ ਰਿਹਾ? ਕੋਈ ਨਸ਼ਾ ਤਸਕਰ ਫੜ ਹੋ ਜਾਂਦਾ, ਪਿੱਛੇ ਫੋਨ ਲਾ ਦਿੰਦੇ ਆ, ਜੀ ਭਾਈ ਬੰਦਾ ਸਾਡਾ ਹੈ, ਕੋਈ ਨਹੀਂ, ਛੱਡ ਦੋ। ਫਿਰ ਜੇਕਰ ਇਦਾਂ ਦੀ ਗੱਲ ਨਹੀਂ ਹੁੰਦੀ ਤਾਂ ਫਿਰ ਇਹ ਵੀ ਕਹਿ ਦਿੱਤਾ ਜਾਂਦਾ ਬਹਿ ਕੇ ਗੱਲ ਕਰ ਲਾਂਗੇ। ਵਿਜੀਲੈਂਸ ਨੇ ਪਿਛਲੇ ਦਿਨੀ ਕਈ ਇਸ ਤਰ੍ਹਾਂ ਦੇ ਕੇਸ ਫੜੇ ਆ। ਅਸੀਂ ਨਹੀਂ ਕਹਿੰਦੇ ਕਿ ਸਾਰੇ ਪੁਲਿਸ ਵਾਲੇ, ਬਹੁਤ ਸਾਰੇ ਪੁਲਿਸ ਵਾਲੇ ਇਮਾਨਦਾਰੀ ਨਾਲ ਡਿਊਟੀ ਵੀ ਕਰਦੇ ਆ, ਪਰ ਵੱਡੇ ਪੱਧਰ ਤੇ ਜਿਹੜੇ ਇਦਾਂ ਰਲੇ ਹੋਏ ਨੇ, ਜਿਹੜੇ ਸਿਆਸੀ ਦਬਾਅ ਦੇ ਵਿੱਚ ਆ ਕੇ ਕੰਮ ਕਰਦੇ ਆ, ਭਾਈ ਗੱਲ ਇਹ ਵੀ ਯਾਦ ਰੱਖਣੀ ਚਾਹੀਦੀ, ਗੱਲ ਦਿਨ ਜੇ ਕਿਸੇ ਤੇ ਹੁੰਦੀ ਤੁਹਾਡੇ ਤੇ ਵੀ ਆ ਸਕਦੇ ਆ। ਪਰ ਆ ਜਿਹੜੇ ਪੈਸੇ ਲੈ ਕੇ ਬਚਣ ਦੀ ਕੋਸ਼ਿਸ਼ ਕਰਦੇ ਆ, ਪੈਸੇ ਲੈ ਕੇ ਕੇਸ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ। ਪਿਛਲੇ ਸਮੇਂ ਦੇ ਦੌਰਾਨ ਸਰਕਾਰਾਂ 'ਚ ਤੇ ਫਿਰ ਹੁਣ ਦੀ ਸਰਕਾਰ ਵਿੱਚ ਫਰਕ ਹੀ ਰਹਿਣਾ ਜੇਕਰ ਕਾਰਵਾਈ ਨਾ ਹੋਈ ਤਾਂ। ਇਹ ਹੁਸ਼ਿਆਰਪੁਰ ਤੋਂ ਵੀ ਜੋ ਖਬਰਾਂ ਆ ਰਹੀਆਂ ਨੇ, ਕਾਰਵਾਈ ਉੱਥੇ ਵੀ ਕਰਨ ਦੀ ਜ਼ਰੂਰਤ ਹੈ। SP ਹੋਣ, ਚਾਹੇ SSP ਹੋਣ, ਚਾਹੇ DSP ਹੋਣ, ਜੇਕਰ ਉਹਨਾਂ ਤੱਕ ਇਹ ਖਬਰਾਂ ਪਹੁੰਚਦੀਆਂ ਤਾਂ ਕਾਰਵਾਈ ਕਰਨ ਦੀ ਜ਼ਰੂਰਤ ਹੈ। ਜਿਸ ਹਿਸਾਬ ਦੇ ਨਾਲ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹੁਣ SSP ਗਗਨੇਸ਼ ਕੁਮਾਰ ਤੇ DSP ਸੁਸ਼ੀਲ ਕੁਮਾਰ ਦੇ ਉੱਪਰ ਗਾਸ ਡਿੱਗਦੀ ਦਿਖਾਈ ਦਿੱਤੀ ਹੈ, ਆਉਂਦੇ ਦਿਨਾਂ ਨੂੰ ਇਹ ਕਾਰਵਾਈ ਹੋਰ ਕਈਆਂ ਤੇ ਵੀ ਹੋ ਸਕਦੀ ਹੈ। ਪੰਜਾਬ ਪੁਲਿਸ ਵਿੱਚ ਚਾਹੀਦਾ ਕਿ ਅਕਸ ਸੁਧਾਰਨ ਦੇ ਲਈ ਇਹ ਸਾਰਾ ਕੁਝ ਠੀਕ ਕੀਤਾ ਜਾਵੇ। ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।